आदाब, सत श्री अकाल। हमदर्द टीवी देखने वाले सारे दर्शकों का बहुत-बहुत स्वागत है प्रोग्राम इमीग्रेशन मैटर्स ਵਿੱਚ ਮੈਂ ਤਰਨਜੀਤ ਕੌਰ ਘੁੰਮਣ ਖਾਸ ਤਰ੍ਹਾਂ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਜਿਹਦੇ ਵਿੱਚ ਅੱਜ ਅਸੀਂ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਜੋ ਤਾਜ਼ਾ ਜਾਣਕਾਰੀ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ। ਕਾਫੀ ਇਸ ਹਫਤੇ ਦੌਰਾਨ ਅਪਡੇਸ਼ਨਸ ਨਵੀਆਂ ਆਈਆਂ ਨੇ, ਕੀ ਚੀਜ਼ਾਂ ਓਪਨ ਹੋਈਆਂ ਨੇ ਤੇ ਕਿਵੇਂ ਵਰਕ ਪ੍ਰੋਸੈਸ ਇਸ ਵਕਤ ਚੱਲ ਰਿਹਾ ਹੈ। ਸੋ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਇਸ ਵਕਤ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਲੈ ਕੇ ਤੁਹਾਡਾ ਕੋਈ ਸਵਾਲ ਹੈ ਤੁਸੀਂ ਸਾਨੂੰ ਲਾਈਵ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਲਾਈਵ ਕਾਲ ਕਰਨ ਲਈ ਹੇਠਾਂ ਨੰਬਰਸ ਦਿੱਤੇ ਗਏ ਨੇ, ਤੁਸੀਂ ਸਿਰਫ ਲਾਈਵ ਦੇ ਦੌਰਾਨ ਹੀ ਇਹਨਾਂ ਨੰਬਰਸ ਦੇ ਉੱਤੇ ਕਾਲ ਕਰੋ। ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਤੁਸੀਂ ਸਟੂਡੀਓ ਵਿੱਚ ਮੌਜੂਦ ਸਾਡੇ ਨਾਲ ਗੁਰਪ੍ਰੀਤ ਖਹਿਰਾ ਜੀ ਨੇ, ਉਹਨਾਂ ਦੇ ਨੰਬਰਸ ਦੇ ਉੱਤੇ ਪ੍ਰੋਗਰਾਮ ਤੋਂ ਬਾਅਦ ਤੁਸੀਂ ਕਾਲ ਕਰ ਸਕਦੇ ਹੋ। ਪਹਿਲਾਂ ਖਹਿਰਾ ਜੀ ਦਾ ਅਸੀਂ ਸਵਾਗਤ ਕਰਦੇ ਹਾਂ, ਬਹੁਤ ਬਹੁਤ ਸਵਾਗਤ ਹੈ ਸਰ। ਬਹੁਤ ਸ਼ੁਕਰੀਆ ਤਰਨਾ ਤੇ ਸਾਰੇ ਦਰਸ਼ਕਾਂ ਦਾ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ ਸਰ? ਬਹੁਤ ਵਧੀਆ ਸਰ, ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਅੱਜ ਕੱਲ੍ਹ ਨਵੀਆਂ ਆਪਰੇਸ਼ਨਸ ਆ ਰਹੀਆਂ ਨੇ ਤੇ ਪ੍ਰੋਟੈਸਟ ਵੀ ਕਾਫੀ ਹੋਣ ਲੱਗ ਪਏ ਨੇ। ਪਿਛਲੇ ਵੀਕ ਅਸੀਂ ਦੇਖਿਆ ਹੈ ਕਿ ਰਿਫਿਊਜੀਜ਼ ਵਗੈਰਾ ਸਭ ਨੇ ਪ੍ਰੋਟੈਸਟ ਕੀਤਾ ਹੈ ਕਿ ਉਹਨਾਂ ਨੂੰ ਪੀਆਰ ਜਿਹੜੀ ਆ ਮੁਹੱਈਆ ਕਰਵਾਈ ਜਾਵੇ। ਖਾਸ ਤੌਰ ਤੇ ਇਹਦੇ ਵਿੱਚ ਵਰਕਰਸ ਹੋਣ, ਵਰਕ ਪਰਮਿਟ ਵਾਲੇ ਹੋਣ, ਸਟੂਡੈਂਟਸ ਹੋਣ, ਇਹ ਕਿਉਂ ਪ੍ਰੋਟੈਸਟ ਹੋ ਰਹੇ ਸੀ ਸਰ? ਜਿਹੜਾ ਪ੍ਰੋਟੈਸਟ ਕਰਨਾ ਤਾਂ ਸਭ ਦਾ ਹੱਕ ਹੈ ਜੀ, ਕੋਈ ਵੀ ਕਰ ਸਕਦਾ ਹੈਗਾ। ਪਰ ਜਿਹੜਾ ਰੈਸ਼ਨਲ ਹੈਗਾ, ਕਈ ਇਹੋ ਜਿਹੀ ਆਰਗੇਨਾਈਜੇਸ਼ਨਸ ਹੈਗੀਆਂ ਨੇ ਜਿਹੜੀਆਂ ਕਿ ਸਭ ਨੂੰ ਬਰਾਬਰ ਸਟੇਟਸ ਦਿਵਾਉਣ ਦੀ ਗੱਲ ਕਰਦੀਆਂ ਹੈਗੀਆਂ ਨੇ। ਐਜ਼ ਅ ਸੋਸ਼ਲ ਗਰੁੱਪਸ ਬਹੁਤ ਹੈਗੇ ਨੇ। ਸੋ ਇੱਕ ਇਹਨਾਂ 'ਚੋਂ ਇਹੋ ਜਿਹੇ ਸੋਸ਼ਲ ਗਰੁੱਪਸ ਦੀ ਸਟੇਟਸ ਫॉर ਆਲ ਤੇ ਉਹਨੇ ਇਹ ਆਰਗੇਨਾਈਜ਼ ਕੀਤਾ ਹੈਗਾ। ਸੋ ਉਹਨਾਂ ਦਾ ਇਹ ਮੰਨਣਾ ਹੈਗਾ ਕਿ ਜੇ ਕੋਈ ਕੈਨੇਡਾ ਦੇ ਵਿੱਚ ਆ ਜਾਂਦਾ, ਚਾਹੇ ਉਹ ਵਿਜ਼ਿਟਰ ਹੈ, ਚਾਹੇ ਉਹ ਵਰਕਰ ਹੈ, ਚਾਹੇ ਉਹ ਸਟੂਡੈਂਟ ਹੈ, ਚਾਹੇ ਉਹ ਰੈਫਿਊਜੀ ਹੈ, ਉਹਨੂੰ ਵੀ ਪਰਮਾਨੈਂਟ ਰੈਜ਼ੀਡੈਂਟ ਸਟੇਟਸ ਜਿਹੜਾ ਮਿਲਣਾ ਚਾਹੀਦਾ ਹੈਗਾ। ਸੋ ਉਹਨਾਂ ਕਿਹਾ ਕਿ ਜਦੋਂ ਕੋਈ ਆਉਂਦਾ ਤਾਂ ਉਹਦੀਆਂ ਸਰਟਨ ਰਿਸਟ੍ਰਿਕਸ਼ਨਸ ਨੇ ਉਹਨਾਂ ਦੇ ਉੱਤੇ। ਇਹ ਸਹੀ ਨਹੀਂ ਹੈਗਾ, ਇਹ ਬਰਾਬਰ ਹੱਕ ਨਹੀਂ ਹੈਗੇ ਸਭ ਲੋਕਾਂ ਦੇ। ਪਰ ਕਾਨੂੰਨ ਹੈ ਜੀ ਜਿਹੜਾ ਉਹ ਇੱਕ ਵੱਖਰੇ ਤਰੀਕੇ ਨਾਲ ਲਿਖਿਆ ਹੋਇਆ ਹੈਗਾ। ਸੋ ਜਿਹੜੇ ਇਮੀਗ੍ਰੇਸ਼ਨ ਰੈਫਿਊਜੀ ਪ੍ਰੋਟੈਕਸ਼ਨ ਐਕਟ ਹੈ, ਜਿਹੜੇ ਦੇ ਓਬਜੈਕਟਿਵਸ ਨੇ ਉਹ ਜਿਹੜੀ ਕਾਨੂੰਨ ਦੀ ਧਾਰਾ 3 ਹੈ ਉਹਦੇ ਥੱਲੇ ਆਉਂਦੇ ਨੇ। ਤਾਂ ਏ ਤੋਂ ਲੈ ਕੇ ਐਚ ਤੱਕ ਡਿਫਰੈਂਟ ਸੈਕਸ਼ਨਸ ਹੈਗੇ ਨੇ। ਸੋ ਉਹਨਾਂ 'ਚੋਂ ਇੱਕ ਸੈਕਸ਼ਨ ਹੈਗਾ ਕਿ ਇਮੀਗ੍ਰੇਸ਼ਨ ਕਿੰਨੀ ਹੋਵੇ ਤੇ ਉਹ ਕੈਨੇਡਾ ਨੂੰ ਕਿਵੇਂ ਇਕਨੋਮਿਕਲੀ ਬੈਨੀਫਿਟ ਕਰੇ। ਸੋ ਉਹਦਾ ਜਿਹੜਾ ਨੰਬਰ ਹੈਗਾ ਉਹ 1% ਹੈ। ਸੋ 1% ਪੋਪੂਲੇਸ਼ਨ ਤੋਂ ਵੱਧ ਇਮੀਗ੍ਰੇਸ਼ਨ ਨਹੀਂ ਦਿੱਤੀ ਜਾ ਸਕਦੀ। ਤੇ ਦੂਜੀਆਂ ਫਿਰ ਸਰਟਨ ਓਬਲੀਗੇਸ਼ਨਸ ਨੇ ਉਹਨਾਂ ਨੰਬਰਸ ਦੇ ਵਿੱਚੋਂ ਵੀ। ਸਭ ਤੋਂ ਵੱਡੀ ਓਬਲੀਗੇਸ਼ਨ ਹੈਗੀ ਆ ਉਹ ਇਕਨੋਮੀ ਹੈ, ਕੈਨੇਡਾ ਦਾ ਜਿਹੜਾ ਅਰਥਚਾਰਾ ਹੈ ਜੀ। ਉਹਦੇ ਵਿੱਚੋਂ ਕਿਹੜੇ ਲੋਕ ਭਾਗੀਦਾਰ ਬਣ ਕੇ ਤੇ ਉਹਨੂੰ ਬੈਟਰ ਕਰ ਸਕਦੇ ਨੇ, ਇਕਨੋਮਿਕ ਗਰੋਥ ਕਰ ਸਕਦੇ ਨੇ, ਸਭ ਤੋਂ ਪਹਿਲਾਂ ਉਹਨਾਂ ਦੀ ਸਿਲੈਕਸ਼ਨ ਹੈ। ਉਹ ਸਿਲੈਕਸ਼ਨ ਲਈ ਇੱਕ ਸਰਟਨ ਕ੍ਰਾਈਟੇਰੀਆ ਬਣਾਇਆ ਹੈਗਾ। ਉਹਦੇ ਵਿੱਚੋਂ ਫੈਡਰਲ ਸਕਿਲਡ ਵਰਕਰਸ ਨੇ ਜੀ, ਫਿਰ ਉਹ ਤੋਂ ਬਾਅਦ ਫੈਡਰਲ ਟ੍ਰੇਡ ਵਰਕਰਸ ਨੇ, ਪ੍ਰੋਵਿੰਸ਼ੀਅਲ ਨੋਮੀਨੇਸ਼ਨ ਹੈਗੀ ਹੈ, ਤੇ ਇਹ ਤੋਂ ਇਲਾਵਾ ਜਿਹੜੇ ਕੈਨੇਡਾ 'ਚ ਆ ਕੇ CEC ਪੜ੍ਹਦੇ ਨੇ ਲੋਕ ਤੇ ਮੁੜ ਕੇ ਵਰਕ ਪਰਮਿਟ ਲੈਂਦੇ ਨੇ। ਉਹ ਸਰਟਨ ਕ੍ਰਾਈਟੇਰੀਆ, ਚਾਹੇ ਏਜ ਹੈ, ਐਜੂਕੇਸ਼ਨ ਹੈ, ਵਰਕ ਐਕਸਪੀਰੀਅੰਸ ਹੈਗਾ, ਲੈਂਗੁਏਜ ਐਬਿਲਿਟੀ ਹੈ, ਤੁਸੀਂ ਉਹ ਚੀਜ਼ਾਂ ਨੂੰ ਮੀਟ ਕਰੋਗੇ ਤਾਂ ਹੀ ਇਕਨੋਮਿਕ ਗਰੋਥ ਦੇ ਵਿੱਚੋਂ ਹਿੱਸਾ ਪਾ ਸਕਦੇ ਨੇ। ਕਿ ਜਦੋਂ ਸਰਕਾਰ ਜਿਵੇਂ ਐਸੈਂਸ਼ੀਅਲ ਵਰਕਰਸ ਆ ਉਹਨਾਂ ਲਈ ਤਾਂ ਹੁਣ ਜਿਵੇਂ ਪੈਂਡੈਮਿਕ ਦੇ ਦੌਰਾਨ ਜਿਨ੍ਹਾਂ ਨੇ ਵਰਕ ਕੀਤਾ, ਜੇ ਉਹਨਾਂ ਲਈ ਕਰ ਸਕਦੀ ਹੈ ਤਾਂ ਬਾਕੀਆਂ ਲਈ ਕਿਉਂ ਨਹੀਂ ਕਰ ਸਕਦੀ? ਉਹ ਸਰਟਨ ਅਧਿਕਾਰ ਨੇ ਮਿਨਿਸਟਰ ਨੂੰ ਪਬਲਿਕ ਪਾਲਿਸੀ ਬਣਾਉਣ ਦੇ ਅੰਡਰ ਸੈਕਸ਼ਨ 25(1). ਕਾਨੂੰਨ ਦੀ ਧਾਰਾ 25 ਹੈਗੀ, ਇੱਕ ਹੈ ਜਿਹੜੀ, ਉਹ ਮਿਨਿਸਟਰ ਨੂੰ ਇਹ ਅਧਿਕਾਰ ਦਿੰਦੀ ਹੈ ਕਿ ਉਹ ਸਮੇਂ-ਸਮੇਂ ਤੇ ਪਬਲਿਕ ਪਾਲਿਸੀ ਬਣਾ ਕੇ ਕੋਈ ਨਵਾਂ ਸਟਰੀਮ ਇੰਟਰੋਡਿਊਸ ਕਰ ਸਕਦਾ ਹੈ। ਪਰ ਉਹ ਤਾਂ ਵੀ ਨੰਬਰ ਉਹ ਤੋਂ ਵਧਾ ਨਹੀਂ ਸਕਦਾ ਹੈਗਾ। ਹਰ ਸਾਲ ਦਸੰਬਰ ਦੇ ਵਿੱਚੋਂ ਮਿਨਿਸਟਰ ਨੂੰ ਇਮੀਗ੍ਰੇਸ਼ਨ ਰਿਪੋਰਟ ਹੈ ਜਿਹੜੀ ਦੇਣੀ ਪੈਂਦੀ ਹੈ। ਉਹਦੇ ਵਿੱਚੋਂ ਪਿਛਲੇ ਸਾਲ ਉਹਨਾਂ ਨੇ ਕੀ ਕੀਤਾ ਉਹ ਕਾਰਗੁਜ਼ਾਰੀ ਪਾਰਲੀਮੈਂਟ ਨੂੰ ਦੱਸਣੀ ਪੈਣੀ ਹੈ, ਤੇ ਅਗਲੇ ਸਾਲਾਂ 'ਚੋਂ ਕੀ ਕਰਨ ਜਾ ਰਹੇ ਨੇ ਉਹਦਾ ਇੱਕ ਰੋਡ ਮੈਪ ਉਹਨਾਂ ਨੇ ਦੇਣਾ ਹੁੰਦਾ। ਤੇ ਉਹ ਸਰਟਨ ਨੰਬਰਸ ਨੇ ਜਿਹੜੇ ਹਰ ਸਾਲ ਨਿਸ਼ਚਿਤ ਕਰਦੇ ਨੇ, ਉਹ ਨੰਬਰ ਨੂੰ ਵਧਾਇਆ ਨਹੀਂ ਜਾ ਸਕਦਾ ਤੇ ਉਹ ਆਲਰੇਡੀ ਕ੍ਰਾਈਟੇਰੀਆ ਐਸਟੈਬਲਿਸ਼ ਕੀਤਾ ਹੁੰਦਾ। ਹੁਣ ਸਾਰੀਆਂ ਚੀਜ਼ਾਂ ਨੂੰ ਪਬਲਿਕ ਪਾਲਿਸੀ 'ਚ ਇੰਟਰੋਡਿਊਸ ਨਹੀਂ ਨਾ ਕੀਤਾ ਜਾ ਸਕਦਾ, ਉਹ ਸਰਟਨ ਨੰਬਰ ਨੇ। ਸੋ ਦੂਜੀ ਫਿਰ ਫੈਮਿਲੀ ਕਲਾਸ ਹੈ, ਜਿਹੜੇ ਸਪਾਊਸਸ ਨੇ, ਚਿਲਡਰਨ ਨੇ, ਪੈਰੈਂਟਸ ਨੇ, ਗ੍ਰੈਂਡ ਪੈਰੈਂਟਸ ਨੇ, ਉਹਨਾਂ ਲਈ ਇੱਕ ਕੋਟਾ ਨਿਰਧਾਰਿਤ ਕੀਤਾ। ਫਿਰ ਕੈਨੇਡਾ ਦੀਆਂ UNHCR ਯੂਨਾਈਟਿਡ ਨੇਸ਼ਨਸ ਹਾਈ ਕਮਿਸ਼ਨਰ ਫਾਰ ਰੈਫਿਊਜੀਜ਼ ਨੂੰ ਵੀ ਕਮਿਟਮੈਂਟਸ ਨੇ, ਜਿਹਦੇ ਕਰਕੇ ਆਪਾਂ ਰੈਫਿਊਜੀਜ਼ ਲੈਂਦੇ ਹੈਗੇ ਆ। ਫਿਰ ਹਿਊਮੈਨਿਟੇਰੀਅਨ ਕੰਪੈਸ਼ਨੇਟ ਗਰਾਊਂਡ ਆ, ਉਹਦੇ ਵਿੱਚੋਂ ਨੇ। ਸੋ ਇਹ ਸਾਰੀਆਂ ਕ੍ਰਾਈਟੇਰੀਆ ਦੇ ਵਿੱਚੋਂ ਜੇ ਕੋਈ ਕਿਤੇ ਫਿੱਟ ਹੁੰਦਾ ਹਾਂਜੀ ਉਹਦੀ ਇਮੀਗ੍ਰੇਸ਼ਨ ਹੋ ਸਕਦੀ ਹੈ। ਪਰ ਜੋ ਕ੍ਰਾਈਟੇਰੀਆ 'ਚ ਨਹੀਂ ਫਿੱਟ ਹੁੰਦਾ ਤਾਂ ਬਿਯੋਂਡ ਦਾ ਕ੍ਰਾਈਟੇਰੀਆ ਜਾ ਕੇ ਤਾਂ ਉਹਨੂੰ ਪੱਕਾ ਨਹੀਂ ਕੀਤਾ ਜਾ ਸਕਦਾ। ਇਹੋ ਜਿਹਾ ਕੋਈ ਅਧਿਕਾਰ ਜਿਹੜਾ ਨਹੀਂ ਹੈਗਾ। ਹਾਂ, ਜੇ ਉਹ ਕਰਨਾ ਹੈ ਤੇ ਫਿਰ ਉਹ ਜਿਹੜੀ ਪਬਲਿਕ ਪਾਲਿਸੀ ਬਣਾਉਣੀ ਪੈਣੀ ਹੈ, ਜਾਂ ਫਿਰ ਇੱਕ ਕਾਨੂੰਨ ਦੇ ਵਿੱਚ ਵੱਡਾ ਬਦਲਾਅ ਲਿਆਉਣ ਦੀ ਜ਼ਰੂਰਤ ਹੈ ਜਿਹੜੀ ਉਹ ਪਊਗੀ। ਪਰ ਡਿਊਰਿੰਗ ਦਿਸ ਟਾਈਮ ਪਬਲਿਕ ਪਾਲਿਸੀਜ਼ ਤਾਂ ਇੰਟਰੋਡਿਊਸ ਕੀਤੀਆਂ ਜਾ ਸਕਦੀਆਂ ਨੇ, ਪਰ ਕਾਨੂੰਨ 'ਚ ਇੱਕ ਵੱਡਾ ਮਾਈਨੋਰਿਟੀ ਸਰਕਾਰ ਕੋਈ ਫੈਸਲਾ ਲੈ ਕੇ ਆਵੇ ਉਹ ਬਹੁਤ ਵੱਡੀ ਗੱਲ ਹੁੰਦੀ ਹੈ। ਤੇ ਦੂਜੀ ਗੱਲ ਇਹਦੇ ਨਾਲ ਇਹ ਹੈ ਜੀ ਕਿ ਜਿਹੜਾ ਵੋਟਿੰਗ ਰਾਈਟ ਨੇ ਜਿਹੜੇ ਲੋਕਾਂ ਕੋਲੇ,
ਸਰਕਾਰ ਉਹਨਾਂ ਦੀ ਹੈ। ਜਿਹੜੇ ਲੋਕਾਂ ਕੋਲ ਵੋਟਿੰਗ ਰਾਈਟ ਨਹੀਂ ਹੈਗੇ ਤਾਂ ਉਹਨਾਂ ਦੇ ਹੱਕਾਂ ਦੀ ਗੱਲ ਵੀ ਉਨੀ ਕੇ ਕੀਤੀ ਜਾ ਸਕਦੀ ਹੈਗੀ। ਹਾਂ, ਜੇ ਆਪਾਂ ਪੁਰਾਣੇ ਸਮੇਂ ਦੇ ਐਗਜ਼ਾਮਪਲ ਦੇਖੀਏ ਤਾਂ ਕਈ ਲੋਕਾਂ ਨੂੰ ਐਮਐਨਐਸਟੀ ਦਿੱਤੀ ਗਈ, ਉਹ ਵੀ ਪਬਲਿਕ ਪਾਲਿਸੀ ਕਰਕੇ ਹੀ ਦਿੱਤੀ ਗਈ। ਹੁਣ ਵੀ ਤਾਂ ਪਬਲਿਕ ਪਾਲਿਸੀ ਬਣਾਈ ਹੈ ਨਾ ਕਿ ਜੇ ਵਿਜ਼ਿਟਰ ਹੈਗੇ ਹੋ ਤੁਸੀਂ ਤਾਂ ਤੁਸੀਂ ਆਪਣਾ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਹੋ, ਪਬਲਿਕ ਪਾਲਿਸੀ ਦੇ ਅਧੀਨ ਹੈ। ਜਿਵੇਂ ਪਬਲਿਕ ਪਾਲਿਸੀ ਹੈ, ਜੇ ਤੁਹਾਡਾ ਕੋਈ ਸਟੇਟਸ ਕੈਨੇਡਾ 'ਚ ਨਹੀਂ, ਤੁਸੀਂ ਵਿਆਹ ਦਾ ਕੇਸ ਲਾਉਣਾ, ਤੁਹਾਨੂੰ ਵਰਕ ਪਰਮਿਟ ਮਿਲ ਜੂ, ਇਹ ਵੀ ਪਬਲਿਕ ਪਾਲਿਸੀ ਹੈ। ਪਰ ਗੱਲ ਕਰਾਂਗੇ ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ। ਹੈਲੋ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਪਰਸ਼ੋਤਮ ਬੈਂਸ ਬੋਲਦਾ ਜੀ, ਆਪਣੇ ਅਮਰੀਕਾ ਤੋਂ ਆਇਆ ਤੋਂ। ਜੀ ਸਰ, ਮੇਰਾ ਸਵਾਲ ਇਹ ਹੈ ਜੀ ਭਈ ਮੇਰੀ ਨੂੰਹ ਦੇ ਮਾਪੇ ਕੈਨੇਡਾ ਰਹਿੰਦੇ PR ਵਾ ਤੇ ਬ੍ਰਦਰ ਤਾਂ ਉਹਦੀ ਵਾਈਫ ਸਿਟੀਜ਼ਨ ਵਾ। ਉਹ ਕੋਲ 10 ਸਾਲ ਦਾ ਵੀਜ਼ਾ ਸੀ, ਉਹ 에ਅਰ ਇੰਡੀਆ ਦੇ ਪਲੇਨ ਦੇ ਵਿੱਚ ਦਿੱਲੀੋਂ ਚੜ੍ਹਨਾ ਸੀ ਕੱਲ। ਸਾਰਾ ਕੁਝ ਠੀਕ ਸੀ। ਉਹਨਾਂ ਨੇ ਇੱਕ ਇਹ ਗੱਲ ਕਹੀ ਭਈ IRCC ਦੀ ਐਗਜ਼ੈਂਪਸ਼ਨ ਰਿਪੋਰਟ ਜਿਹੜੀ ਤੁਹਾਡੇ ਕੋਲ ਹੈ ਨਹੀਂ। ਬਿਲਕੁਲ 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 ਸਹੀ ਜੀ ਸਰ, ਅੱਗੇ ਕਿੱਥੋਂ ਮਿਲਣੀ ਸੀ? ਹਾਂਜੀ, ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ ਤਾਂ ਬਿਲਕੁਲ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਤੁਹਾਡਾ ਆਹੀ ਸਵਾਲ ਹੈ ਬਸ ਸਰ? ਹਾਂਜੀ ਹਾਂਜੀ ਹਾਂਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਤਰਨ, ਆਪਾਂ ਜਦੋਂ ਤੋਂ ਮਾਰਚ ਤੋਂ ਜਦੋਂ ਪੈਂਡੇਮਿਕ ਦੀ ਸ਼ੁਰੂਆਤ ਹੋਈ ਹੈ ਤੇ ਟਰੈਵਲ ਰੈਸਟ੍ਰਿਕਸ਼ਨਸ ਲੱਗੀਆਂ ਨੇ, ਆਪਾਂ ਇਹਦੇ ਬਾਰੇ ਬਹੁਤ ਵਾਰੀ ਵਿਚਾਰ ਕੀਤੀ ਹੈਗੀ ਹੈ। ਸੋ ਟਰੈਵਲ ਰੈਸਟ੍ਰਿਕਸ਼ਨਸ ਦੇ ਵਿੱਚੋਂ ਕੋਈ ਵੀ ਨਾਨ ਡਿਸਕ੍ਰਿਸ਼ਨਰੀ ਪਰਪਸ ਲਈ ਕੈਨੇਡਾ ਨਹੀਂ ਆ ਸਕਦਾ ਹੈਗਾ। ਸਰਟਨ ਐਗਜ਼ੈਂਪਸ਼ਨਸ ਹੈਗੀਆਂ ਨੇ। ਸੋ ਐਗਜ਼ੈਂਪਸ਼ਨਸ ਪੈਰੈਂਟਸ ਲਈ ਨੇ, ਗ੍ਰੈਂਡ ਪੈਰੈਂਟਸ ਲਈ ਨੇ, ਚਿਲਡਰਨ ਲਈ ਨੇ, ਗਾਰਡੀਅਨਸ ਲਈ ਨੇ। ਉਹ ਲੋਕ ਨੇ ਜਿਹੜੇ ਉਹ ਐਗਜ਼ੈਂਪਟ ਨੇ ਇਹ ਟਰੈਵਲ ਰੈਸਟ੍ਰਿਕਸ਼ਨਸ ਤੋਂ, ਉਹ ਆ ਸਕਦੇ ਨੇ। ਬਾਕੀ ਜਿਹੜੇ ਲੋਕ ਨੇ ਉਹ ਟਰੈਵਲ ਐਗਜ਼ੈਂਪਟ ਨਹੀਂ ਹੈਗੇ, ਉਹਨਾਂ ਨੂੰ ਐਗਜ਼ੈਂਪਸ਼ਨ ਸੀਕ ਕਰਨੀ ਪੈਣੀ ਹੈ। ਸੋ ਉਹ ਸੀਕ ਕਰਨ ਲਈ ਤੁਸੀਂ ਐਪਲੀਕੇਸ਼ਨ ਕਰਦੇ ਹੋ, ਫਿਰ ਉਹ ਪਰਪਸ ਦੇਖਦੇ ਨੇ, ਫਿਰ ਤੁਹਾਨੂੰ ਆਉਣ ਦੀ ਇਜਾਜ਼ਤ ਜਾਂ ਨਾ ਇਜਾਜ਼ਤ ਦਿੰਦੇ ਹੈਗੇ ਨੇ। ਹੁਣ ਜਿਵੇਂ ਸਿਸਟਰ ਹੈਗੀ ਹੈ ਜਾਂ ਉਹਦਾ ਬ੍ਰਦਰ ਇੱਥੇ ਹੈ ਜਾਂ ਉਹਦੇ ਪੇਰੈਂਟਸ ਇੱਥੇ ਨੇ, ਤਾਂ ਟੈਕਨੀਕਲੀ ਉਹ ਚਾਈਲਡ ਨਹੀਂ ਹੈਗੀ ਕਿਉਂਕਿ ਉਹ 22 ਸਾਲ ਤੋਂ ਵੱਡੀ ਓਬਵੀਅਸਲੀ ਹੋਣੀ ਹੈ, ਉਹਨੂੰ ਹੈਗੇ ਉਹਨਾਂ ਦੀ। ਸੋ ਇਸ ਕਰਕੇ ਉਹ ਨਹੀਂ ਜਿਹੜੀ ਐਗਜ਼ੈਂਪਟ ਹੈਗੀ ਹੈ। ਸੋ ਟਰੈਵਲ ਰੈਸਟ੍ਰਿਕਸ਼ਨਸ ਦੇ ਥੱਲੇ ਆਉਂਦੀ ਹੈ ਤਾਂ ਉਹਨੂੰ ਐਗਜ਼ੈਂਪਸ਼ਨ ਨਹੀਂ ਮਿਲਣੀ ਸੀ ਅੰਟਿਲ ਅਨਲੈਸ ਕੋਈ ਐਕਸਟਰਾ ਆਰਡੀਨਰੀ ਚੀਜ਼ ਹੁੰਦੀ, ਕੋਈ ਉੱਥੇ ਡੈਥ ਬੈੱਡ ਤੇ ਹੁੰਦਾ ਜਾਂ ਕੋਈ ਫਿਊਨਰਲ ਹੁੰਦਾ, ਉਹੀ ਜਿਹੀ ਸਰਕਮਸਟੈਂਸਿਸ ਵਿੱਚੋਂ ਕੰਪੈਸ਼ਨ ਦੇਖਿਆ ਜਾ ਸਕਦਾ ਹੈ। ਪਰ ਜੋ ਵੈਸੇ ਹੀ ਉਹਨਾਂ ਨੂੰ ਮਿਲਣ ਆਉਣਾ ਚਾਹੁੰਦੀ ਹੈ ਤਾਂ ਉਹ ਟਰੈਵਲ ਐਗਜ਼ੈਂਪਸ਼ਨ ਦੇ ਥੱਲੇ ਆ, ਉਹਨੂੰ ਉਹ ਇਜਾਜ਼ਤ ਨਹੀਂ ਮਿਲੂਗੀ ਜੀ। ਬਿਲਕੁਲ ਸਰ, ਜਿਵੇਂ ਕਈ ਵਾਰੀ ਇੱਦਾਂ ਹੁੰਦਾ ਹੈ ਕਿ ਜਿਵੇਂ ਕਿਸੇ ਨੇ ਟਰੈਵਲ ਕਰਨਾ, ਤੇ ਇਹ ਵੀ ਅੱਜ ਕੱਲ੍ਹ ਕਈ ਕੰਟਰੀਜ਼ ਨੇ ਮੈਂਡੇਟਰੀ ਕਰ ਦਿੱਤਾ ਕਿ 72 ਆਵਰਸ ਪਹਿਲਾਂ ਤੁਹਾਡਾ ਜਿਹੜਾ ਕੋਵਿਡ ਦਾ ਟੈਸਟ ਹੋਇਆ ਹੋਵੇ। ਜੇਕਰ ਟੈਸਟ ਕਰਵਾ ਲਾ ਕਿਸੇ ਨੇ ਰਿਪੋਰਟ ਹੀ ਨਹੀਂ ਮਿਲੀ ਹੈਗੀ, ਇਸ ਦੇ ਬਾਵਜੂਦ ਕੀ ਉਹ ਟਰੈਵਲ ਕਰ ਸਕਦੇ ਨੇ? ਕੈਨੇਡਾ ਨੇ ਇਹੋ ਜਿਹਾ ਕੋਈ ਰਿਸਟ੍ਰਿਕਸ਼ਨ ਨਹੀਂ ਕੀਤਾ ਕਿ ਤੁਸੀਂ ਕੋਵਿਡ ਟੈਸਟ ਕਰਾ ਕੇ ਹੀ ਐਂਟਰ ਕਰ ਸਕਦੇ ਹੋ। ਰਾਦਰ ਇਹਨਾਂ ਨੇ ਕੀਤਾ ਕਿ ਤੁਸੀਂ 14 ਦਿਨ ਕੁਆਰੰਟੀਨ ਹੈ ਜਿਹੜਾ ਕਰਨਾ, ਰਿਗਾਰਡਲੈਸ ਤੁਸੀਂ ਸਿੰਪਟੋਮੈਟਿਕ ਹੋ, ਏਸਿੰਪਟੋਮੈਟਿਕ ਹੋ, ਤੁਹਾਡਾ ਟੈਸਟ ਹੋਇਆ ਨਹੀਂ ਹੋਇਆ। ਸਭ ਲਈ ਇੱਕ ਬੇਸਿਕ ਰੂਲ ਹੈ ਕਿ ਜਦੋਂ ਤੁਸੀਂ ਕੈਨੇਡਾ ਐਂਟਰ ਕਰ ਲਿਆ ਤਾਂ ਤੁਸੀਂ 14 ਦਿਨ ਕੁਆਰੰਟੀਨ ਦੇ ਵਿੱਚ ਰਹਿਣਾ ਹੈਗਾ। ਸੋ ਉਹਦੇ ਤੇ ਲਾਗੂ ਨਹੀਂ ਹੁੰਦਾ। ਤੇ ਇਹਦੇ ਨਾਲ ਨਾਲ ਦੂਜੀ ਹਾਂ, 에ਅਰਲਾਈਨ ਦੀ ਕੋਈ ਨਾ ਕੋਈ ਰਿਕੁਆਇਰਮੈਂਟ ਡਿਫਰੈਂਟ 에ਅਰਲਾਈਨ ਨੇ ਹੋ ਸਕਦੀ ਹੈ। ਸੋ ਜਿਹੜੀਆਂ 에ਅਰਲਾਈਨਸ ਨੇ ਉਹਨਾਂ ਨੇ ਵੀ ਆਪਣੇ ਇੱਕ ਸਟੈਂਡਰਡ ਮੇਨਟੇਨ ਕੀਤੇ ਹੋਏ ਨੇ। ਤੇ ਦੂਜਾ ਜਿਹੜਾ ਆਪਾਂ ਟਰਾਂਸਪੋਰਟੇਸ਼ਨ ਐਕਟ ਦੇ ਵਿੱਚੋਂ ਵੀ ਪ੍ਰੋਵੀਜ਼ਨ ਕੀਤੀ ਗਈ ਹੈ ਕਿ 에ਅਰਲਾਈਨ ਜੇ ਕੋਈ ਇਹੋ ਜਿਹੇ ਇੰਡੀਵਿਜੂਅਲ ਨੂੰ ਲੈ ਕੇ ਆਉਂਦਾ ਜਿਹੜਾ ਟਰੈਵਲ ਰਿਸਟ੍ਰਿਕਸ਼ਨਸ ਦੇ ਥੱਲੇ ਸੀ, ਤੁਹਾਨੂੰ $25,000 ਤੱਕ ਦਾ ਜਿਹੜਾ ਜੁਰਮਾਨਾ ਹੋ ਸਕਦਾ ਹੈ। ਇਸੇ ਲਈ ਜਿਹੜੇ ਕਾਲਰ ਦੇ ਉਹਨਾਂ ਦੱਸਿਆ ਉਹਨਾਂ ਦੇ ਰਿਲੇਟਿਵ ਹੈਗੇ ਨੇ, ਇਸੇ ਕਰਕੇ ਉਹਨਾਂ ਨੂੰ ਬੈਠਣ ਨਹੀਂ ਦਿੱਤਾ ਕਿਉਂਕਿ 에ਅਰਲਾਈਨ ਨੇ ਡਿਊ ਡਿਲੀਜੈਂਸ ਕਰਨਾ ਜ਼ਰੂਰੀ ਹੈ ਤਾਂ ਕਿ ਉਹਨੂੰ ਟਰੈਵਲ ਐਗਜ਼ੈਂਪਸ਼ਨ ਹੈ ਜਾਂ ਨਹੀਂ ਹੈ। ਬਿਲਕੁਲ ਸਰ, ਅਸੀਂ ਦੇਖਦੇ ਹਾਂ ਕਿ ਲੇਟੈਸਟ ਇਨਫੋਰਮੇਸ਼ਨ ਦੀ ਜੇ ਗੱਲ ਕਰੀਏ, ਮਾਰਚ ਵੇਲੇ ਦੇ ਬਾਇਓਮੈਟ੍ਰਿਕਸ ਬੰਦ ਹੋਏ ਨੇ ਤੇ ਜਿਹੜੀਆਂ PR ਦੀਆਂ ਐਪਲੀਕੇਸ਼ਨ ਸੀ ਬਾਇਓਮੈਟ੍ਰਿਕਸ ਦੇ ਕਰਕੇ ਅਜੇ ਕਾਫੀ ਬੈਕਲੌਗ ਹੋ ਚੁੱਕੀ ਹੈ, ਜਿਨ੍ਹਾਂ ਦੇ ਉੱਤੇ ਕੋਈ ਨਿਪਟਾਰਾ ਨਹੀਂ ਹੋ ਪਾ ਰਿਹਾ। ਸੋ ਇਹਦੇ ਵਿੱਚ ਕੋਈ ਨਵੀਂ ਐਪਲੀਕੇਸ਼ਨ ਆਈ ਹੋਵੇ ਬਾਇਓਮੈਟ੍ਰਿਕਸ ਦੇ ਬਾਰੇ ਵਿੱਚ ਸਾਨੂੰ ਸੁਣਨ ਨੂੰ ਮਿਲਿਆ ਸੀ ਕਿ ਓਪਨ ਹੋ ਚੁੱਕੇ ਨੇ, ਬਟ ਅਜੇ ਕਈਆਂ ਨੂੰ ਇਨਵੀਟੇਸ਼ਨਸ ਨਹੀਂ ਆਏ ਹੈਗੇ ਜੀ ਤਰਨ। ਸੋ ਇਹਦੇ ਉੱਤੇ ਇੱਕ ਲੇਟੈਸਟ ਇਨਫੋਰਮੇਸ਼ਨ ਹੈਗੀ ਹੈ। ਸੋ ਲੇਟੈਸਟ ਇਨਫੋਰਮੇਸ਼ਨ ਇਹ ਹੈਗਾ ਕਿ ਬਾਇਓਮੈਟ੍ਰਿਕਸ ਵਾਲਿਆਂ ਨੂੰ ਸਰਵਿਸ ਕੈਨੇਡਾ ਨੇ ਖੁਦ ਕਾਲ ਕਰਨਾ ਹੈ। ਸੋ ਤੁਹਾਨੂੰ ਕਾਲ ਦਾ ਇੰਤਜ਼ਾਰ ਕਰਨਾ ਪੈਣਾ। ਸੋ ਇਹ ਕਾਲਸ ਨੇ ਜਿਹੜੀਆਂ ਵਿਦਨ ਫਿਊ ਮੰਥਸ ਆਉਣੀਆਂ ਸ਼ੁਰੂ ਹੋ ਜਾਣਗੀਆਂ। ਤੇ ਦੂਜਾ, ਜੇ ਤੁਸੀਂ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਹੈਗੇ ਹੋ ਤਾਂ ਤੁਹਾਨੂੰ ਥੋੜਾ ਜਿਹਾ ਹੋਰ ਲੰਬਾ ਸਮਾਂ ਇੰਤਜ਼ਾਰ ਜਿਹੜਾ ਕਰਨਾ ਪਊਗਾ ਕਿਉਂਕਿ ਇੱਥੇ ਜ਼ਿਆਦਾ ਲੋਕ ਨੇ ਜਿਹੜੇ ਉਹਨਾਂ ਨੂੰ ਉਹ ਖਿੱਤੇ ਦੇ ਵਿੱਚੋਂ ਜ਼ਿਆਦਾ ਲੋਕ ਰਹਿੰਦੇ, ਇਸ ਕਰਕੇ ਓਬਵੀਅਸਲੀ ਤੁਹਾਡੀ ਵਾਰੀ ਹੈ ਜਿਹੜੀ ਉਹ ਲੇਟ ਆਉਣੀ ਹੈ। ਤੇ ਦੂਜਾ, ਇਹ ਵੀ ਇੰਸਟਰਕਸ਼ਨਸ ਕੀਤੀਆਂ ਗਈਆਂ ਨੇ ਤੇ ਕਿ ਤੁਸੀਂ ਖੁਦ ਜਾ ਕੇ ਸਰਵਿਸ ਕੈਨੇਡਾ ਨੂੰ ਕੰਟੈਕਟ ਨਾ ਕਰੋ, ਉਹ ਤੁਹਾਨੂੰ ਐਂਟਰਟੇਨ ਨਹੀਂ ਕਰੋਗੇ।
ਜਿਵੇਂ ਕਿਸੇ ਨੂੰ ਆ ਚੁੱਕੀ ਹੈ ਇਸ ਵਕਤ ਬਾਇਓਮੈਟ੍ਰਿਕਸ ਦੀ ਇਨਵੀਟੇਸ਼ਨ ਆ ਚੁੱਕੀ ਹੈ ਕਿ ਉਹ ਖੁਦ ਆਪਣੇ ਆਪ ਨੂੰ ਖੁਦ ਉੱਥੇ ਕਾਲ ਕਰਕੇ ਕਹਿ ਸਕਦੇ ਆ ਕਿ ਉਹਨਾਂ ਦੀ ਇਨਵੀਟੇਸ਼ਨ ਆ ਚੁੱਕੀ ਹੈ ਤੇ ਅਪਾਇੰਟਮੈਂਟ ਬੁੱਕ ਕੀਤੀ ਜਾਵੇ? ਨਾਟ ਨੈਸੈਸਰਲੀ ਅਪਾਇੰਟਮੈਂਟ ਤੁਸੀਂ ਬੁੱਕ ਕਰ ਸਕਦੇ ਹੋ, ਪਰ ਤੁਸੀਂ ਕਰਾਉਣ ਨਹੀਂ ਜਾ ਸਕਦੇ ਇਨਵਾਈਟ ਜਿੰਨਾ ਚਿਰ ਤੁਹਾਨੂੰ ਨਹੀਂ ਆਉਂਦਾ। ਸੋ ਸਰਵਿਸ ਕੈਨੇਡਾ ਵੱਲੋਂ ਤੁਹਾਨੂੰ ਕਾਲ ਕੀਤਾ ਜਾਊਗਾ, ਸੋ ਤੁਹਾਨੂੰ ਕਾਲ ਦਾ ਇੰਤਜ਼ਾਰ ਕਰਨਾ ਪੈਣਾ। ਉਹ ਜਦੋਂ ਕਾਲ ਹੋ ਗਿਆ ਫਿਰ ਤੁਸੀਂ ਜਾ ਕੇ ਆਪਣੇ ਬਾਇਓਮੈਟ੍ਰਿਕਸ ਨੇ ਜਿਹੜੇ ਉਹ ਕਰਾ ਸਕਦੇ ਹੈਗੇ ਹੋ। ਤੇ ਜੇ ਤੁਸੀਂ ਬਿਨਾਂ ਕਾਲ ਦੇ ਜਾਓਗੇ ਉਹਨਾਂ ਤੁਹਾਨੂੰ ਐਂਟਰਟੇਨ ਨਹੀਂ ਕਰਨਾ। ਤੇ ਇਹਦੇ ਨਾਲ ਸਿਟੀਜ਼ਨਸ਼ਿਪ ਦੇ ਉੱਤੇ ਵੀ ਜਿਹੜੀ ਕਾਰਵਾਈ ਉਹ ਹੁਣ ਸ਼ੁਰੂ ਹੋ ਗਈ ਹੈ ਜੀ। ਪਹਿਲਾ ਐਕਸਪੈਰੀਮੈਂਟ ਹੈ ਜਿਹੜਾ ਉਹ ਇਮੀਗ੍ਰੇਸ਼ਨ ਨੇ ਵੈਨਕੂਵਰ ਦੇ ਵਿੱਚੋਂ ਕਰਨਾ ਸ਼ੁਰੂ ਕੀਤਾ। ਵੈਨਕੂਵਰ ਐਕਸਪੋ ਜਿਹੜਾ ਹੈਗਾ ਸੈਂਟਰ, ਉੱਥੇ ਸਿਟੀਜ਼ਨਸ਼ਿਪ ਟੈਸਟ ਲੈਣ ਦੀ ਕਾਰਵਾਈ ਹੈ ਜਿਹੜੀ ਸ਼ੁਰੂ ਕੀਤੀ ਜਾਊਗੀ। ਤੇ ਦੂਜਾ ਜੇ ਐਕਸਪੈਰੀਮੈਂਟ ਹੈ ਜਿਹੜਾ ਉਹ ਕਾਮਯਾਬ ਹੁੰਦਾ ਤਾਂ ਇਹ ਬਾਕੀ ਕਿਤੇ ਵੀ ਲਾਗੂ ਕਰ ਦਿੱਤਾ ਜਾਊਗਾ। ਸੋ ਸਿਟੀਜ਼ਨਸ਼ਿਪ ਵਾਲੇ ਲੋਕਾਂ ਲਈ ਇਹ ਚੰਗੀ ਖਬਰ ਹੈਗੀ ਹੈ ਜੀ। ਇਹ ਤੋਂ ਬਾਅਦ ਜਿਹੜੇ ਰੈਫਿਊਜੀ ਕਲੇਮ ਕਰਨ ਵਾਲੇ ਲੋਕ ਨੇ ਉਹਨਾਂ ਲਈ ਹੁਣ ਜਿਹੜੇ ਹੈਮਿਲਟਨ ਦਫ਼ਤਰ, ਨਿਆਗਰਾ ਫਾਲਸ ਦਫ਼ਤਰ ਤੇ ਮੌਂਟਰੀਅਲ ਦਫ਼ਤਰ, ਇਹਨਾਂ ਦੇ ਵਿੱਚੋਂ ਲਿਮਿਟਿਡ ਸੇਵਾਵਾਂ ਨੇ ਜਿਹੜੀਆਂ ਉਹ ਸ਼ੁਰੂ ਹੋ ਗਈਆਂ ਨੇ। ਤੇ ਦੂਜਾ ਈ ਪੋਸਟ ਰਾਹੀਂ ਕਾਗਜ਼ ਪੱਤਰ ਲੈਣ ਦੀ ਕਾਰਵਾਈ ਹੈ ਜਿਹੜੀ ਸ਼ੁਰੂ ਕੀਤੀ ਗਈ। ਤੇ ਇਮੀਗ੍ਰੇਸ਼ਨ ਨੇ ਆਖਿਆ ਕਿ ਇਨ ਪਰਸਨ ਮੀਟਿੰਗ ਦੀ ਬਜਾਏ ਈ ਪੋਸਟ ਦੇ ਥਰੂ ਕਾਗਜ਼ ਪੱਤਰ ਐਕਸਚੇਂਜ ਹੋਣਗੇ। ਤੇ ਜੇ ਐਕਸਪੈਰੀਮੈਂਟ ਕਾਮਯਾਬ ਰਹਿੰਦਾ ਤਾਂ ਇਹ ਬਾਕੀ ਦਫ਼ਤਰਾਂ 'ਚ ਵੀ ਲਾਗੂ ਕਰਿਆ ਜਾਊਗਾ। ਸੋ ਇਹ ਵੀ ਇੱਕ ਚੰਗੀ ਖਬਰ ਹੈ ਕਿਉਂਕਿ ਉਹ ਕਲੇਮਸ ਵੀ ਬਹੁਤ ਬੈਕਲੌਗਡ ਹੈਗੇ ਸੀਗੇ ਜੀ। ਤੇ ਇਹਦੇ ਨਾਲ ਇਟੋਬੀਕੋ ਦਫ਼ਤਰ ਜਿਹੜਾ ਆਪਣੇ ਤੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਹੈਗਾ, ਉਹਨੇ ਵੀ ਤੇ ਹੈਮਿਲਟਨ ਦਫ਼ਤਰ ਨੇ ਵੀ ਪਾਰਸ਼ਲ ਸੇਵਾਵਾਂ ਨੇ ਜਿਹੜੀਆਂ ਇਨ ਪਰਸਨ ਉਹ ਦੇਣੀਆਂ ਸ਼ੁਰੂ ਕਰਤੀਆਂ ਨੇ। ਕਿਸੇ ਨੇ ਆਪਣਾ PR ਕਾਰਡ ਪਿਕ ਕਰਨਾ ਹੈ ਜਿਹੜਾ 180 ਡੇਜ਼ ਦੇ ਵਿੱਚ ਪਿਕ ਕਰਨਾ ਹੈ, ਜਾਂ ਤੁਹਾਡੀ ਇਮੀਗ੍ਰੇਸ਼ਨ ਦੀ ਕੋਈ ਇੰਟਰਵਿਊ ਹੈਗੀਆਂ, ਸੋ ਉਹ ਕਾਰਵਾਈਆਂ ਵੀ ਹੁਣ ਹੌਲੀ ਹੌਲੀ ਕਰਕੇ ਸ਼ੁਰੂ ਹੋ ਗਈਆਂ ਨੇ। ਸੋ ਇੱਕ ਪਾਸੇ ਤਾਂ ਤੁਰਨ ਆਪਾਂ ਗੱਲ ਕਰ ਰਹੇ ਹਾਂ ਸੈਕੰਡ ਵੇਵ ਆਉਣ ਦੀ, ਤੇ ਦੂਜੇ ਪਾਸੇ ਹੁਣ ਹੌਲੀ ਹੌਲੀ ਜਿਹੜੀ ਕਾਰਵਾਈ ਹੈ ਉਹ ਸ਼ੁਰੂ ਹੋ ਗਈ ਹੈ। ਸੋ ਇੱਥੋਂ ਇੱਕ ਗੱਲ ਸਮਝ ਆਉਂਦੀ ਹੈ ਕਿ ਸਰਕਾਰ ਨੇ ਵੀ ਇਹ ਗੱਲ ਸੋਚ ਲਈ ਹੈ ਜਾਂ ਸਿੱਖ ਲਈ ਹੈ ਇਹ ਬੰਦ ਕਰਕੇ ਨਹੀਂ ਚੱਲਣਾ, ਇਹਦੇ ਨਾਲ ਹੀ ਜਿਉਣਾ ਪੈਣਾ ਹੈਗਾ। ਕਿਉਂਕਿ ਆਪਾਂ ਆਲਰੇਡੀ 6 ਮੰਥਸ ਇਹਨਾਂ ਸੇਵਾਵਾਂ ਤੋਂ ਪਿੱਛੇ ਰਹੇ ਹਾਂ। 63% ਘੱਟ ਇਮੀਗ੍ਰੈਂਟ ਇਸ ਵਾਰ ਜਿਹੜੇ ਕੈਨੇਡਾ ਆਏ ਨੇ ਜੀ। ਸੋ ਹੁਣ ਆਪਾਂ ਸਿਰਫ 3 ਮਹੀਨੇ ਪਿੱਛੇ ਬਚਦੇ ਨੇ। ਸੋ ਆਹ ਸਾਲ ਹਿਸਟਰੀ 'ਚ ਹੋਊਗਾ, ਹਿਸਟੋਰਿਕ ਹੋਊਗਾ ਕਿ ਆਪਾਂ ਲੋਐਸਟ ਨੰਬਰ ਆਫ ਇਮੀਗ੍ਰੈਂਟਸ ਨੇ ਜਿਹੜੇ ਆਹ ਸਾਲ ਕੈਨੇਡਾ ਦੇ ਵਿੱਚ ਆਉਣਗੇ। ਸੋ ਜੇ ਇਹੀ ਕੰਟੀਨਿਊਡ ਰਿਹਾ ਤਾਂ ਸ਼ਾਇਦ ਆਪਾਂ ਜਿਹੜੀ 1% ਕਾਨੂੰਨੀ ਰਿਕੁਆਇਰਮੈਂਟ ਹੈ ਜਾਂ ਕਮਿਟਮੈਂਟ ਹੈ ਉਹ ਪੂਰੀ ਨਹੀਂ ਕਰਾਵਾਂਗੇ। ਇਹਦੇ ਬਹੁਤ ਦੂਰਗਾਮੀ ਲੌਂਗ ਟਰਮ ਇਫੈਕਟ ਆਉਣ ਵਾਲੇ ਹੋਣਗੇ ਜੀ। ਸਭ ਤੋਂ ਪਹਿਲਾਂ ਹਾਊਸਿੰਗ ਦੇ ਉੱਤੇ, ਜੇ ਨਵੇਂ ਲੋਕ ਨਹੀਂ ਆਉਣਗੇ ਤਾਂ ਹਾਊਸਿੰਗ ਦੀਆਂ ਨੀਡਸ ਪੂਰੀ ਹਾਂ, ਤਾਂ ਫਿਰ ਉਹਦੇ ਕਰਕੇ ਪ੍ਰਾਈਸਿਸ ਵੀ ਥੱਲੇ ਜਾਊਗੇ ਜੀ। ਫਿਰ ਉਹ ਤੋਂ ਬਾਅਦ ਜਿਹੜੇ ਕੰਜ਼ਿਊਮਰ ਗੁੱਡਸ ਨੇ, ਜੇ ਨਵੇਂ ਲੋਕ ਆਉਂਦੇ ਨੇ ਉਹਨਾਂ ਨੂੰ ਖਾਣ ਲਈ ਵੀ ਚਾਹੀਦਾ ਜੀ, ਉਹਨਾਂ ਨੂੰ ਲਿਵਿੰਗ, ਚਾਹੇ ਤੁਹਾਡਾ ਬੈਡਰੂਮ ਹੈ, ਫਰਨੀਚਰ ਹੈ, ਉਹ ਸਾਰੀਆਂ ਚੀਜ਼ਾਂ ਚਾਹੀਦੀਆਂ ਨੇ। ਸੋ ਜਿੰਨਾ ਚਿਰ ਉਹ ਨਵੇਂ ਨਹੀਂ ਆਉਣਗੇ ਤਾਂ ਉਹ ਵੀ ਇਕਨੋਮੀ ਹੈ ਜਿਹੜੀ ਉਹ ਮੂਵ ਨਹੀਂ ਹੋਊਗੀ। ਸੋ ਇਹਦੇ ਨਾਲ ਫਿਰ ਮੋਰਗੇਜਸ ਨੇ, ਲੋਨਸ ਨੇ, ਕਾਰਸ ਨੇ, ਉਹ ਸਾਰੀਆਂ ਚੀਜ਼ਾਂ ਦੇ ਉੱਤੇ ਇਫੈਕਟ ਹੈ ਜਿਹੜਾ ਪਾਉਣਾ ਸ਼ੁਰੂ ਹੋਊਗਾ। ਇਸੇ ਲਈ ਇਹ ਅਸੈਂਸ਼ੀਅਲ ਹੈ ਕਿ ਜਿਹੜੀ 1% ਇਮੀਗ੍ਰੇਸ਼ਨ ਹੋਵੇ ਤੇ ਇਹ ਇੱਕ ਆਪਣਾ ਜਿਹੜਾ ਗਰੋਥ ਦਾ ਪਰਸੈਂਟੇਜ ਹੈ ਉਹਨੂੰ ਖਤਮ ਕਰ ਦਿੰਦੀ ਹੈ ਜੇ ਇਮੀਗ੍ਰੇਸ਼ਨ ਨਾ ਹੋਵੇ। ਸੋ ਆਪਾਂ ਆਲਰੇਡੀ ਨੈਗੇਟਿਵ ਗਰੋਥ ਦੇ ਵਿੱਚ ਹਾਂ ਤੇ 1% ਹੋਰ ਚਲੇ ਗਿਆ ਤਾਂ ਆਪਾਂ ਰਿਸੈਸ਼ਨ 'ਚ ਵੀ ਜਾ ਸਕਦੇ ਹੈਗੇ। ਬਿਲਕੁਲ ਸਰ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਰਿਸੈਸ਼ਨ 'ਚ ਵੀ ਜਾ ਸਕਦੇ ਹਾਂ, ਕਿ ਇੱਦਾਂ ਹੋ ਸਕਦਾ ਕਿ ਹੁਣ ਵੈਸੇ ਤਾਂ ਨਵੰਬਰ ਤੱਕ ਇਹਨਾਂ ਨੇ ਵੈਸੇ ਵੀ ਜਿਵੇਂ ਐਲਾਨ ਕੀਤਾ ਹੈ ਕਿ US ਕੈਨੇਡਾ ਬਾਰਡਰ ਬੰਦ ਰਹੇਗਾ। ਸੋ ਜਿਹੇ ਵਿੱਚ ਜਿਵੇਂ ਇਮੀਗ੍ਰੈਂਟਸ ਦੀ ਗੱਲ ਕਰੀਏ, ਐਕਸਪ੍ਰੈਸ ਐਂਟਰੀ ਦੀ ਗੱਲ ਕਰੀਏ, ਕਿ ਇਹ ਆਊਟਸਾਈਡ ਕੈਨੇਡਾ ਜਿਹੜੇ ਇਸ ਵਕਤ ਬੈਠੇ ਨੇ ਉਹਨਾਂ ਲਈ ਓਪਨ ਹੋਣ ਦੀ ਕੋਈ ਸੰਭਾਵਨਾ ਹੈ, ਜਾਂ ਫਿਰ ਇਹ ਜਿਹੜੇ ਇੱਥੋਂ ਦੇ ਜਿਹੜੇ ਇਸ ਵਕਤ ਕੈਨੇਡਾ ਵਿੱਚ ਹੈਗੇ ਆ ਉਹਨਾਂ ਲਈ ਇੱਕ ਸੁਨਹਿਰੀ ਮੌਕਾ ਹੈ ਕਿ ਉਹ ਇਸ ਵਕਤ ਇਮੀਗ੍ਰੇਸ਼ਨ ਦੀ ਲਿਸਟ ਵਿੱਚ ਆ ਸਕਦੇ ਨੇ? ਤਰਨ, ਜੇ ਆਪਾਂ ਪਿਛਲੇ 2 ਡਰਾਜ਼ ਤੋਂ ਪਹਿਲਾਂ ਦੇਖੀਏ ਤਾਂ ਮੋਸਟਲੀ ਉਹ ਡਰਾ ਸੀਗੇ ਉਹ ਵਿਦਨ ਕੈਨੇਡਾ ਵਾਲੇ ਲੋਕਾਂ ਲਈ ਹੀ ਸੀਗੇ ਉਹ। ਪਰ ਅਗੇਨ ਜਿਵੇਂ ਆਪਾਂ ਗੱਲ ਕਰ ਰਹੇ ਸੀ ਪਹਿਲਾਂ, ਸੋ ਇੱਕੋ ਤਰ੍ਹਾਂ ਦੀ ਇਮੀਗ੍ਰੇਸ਼ਨ ਹੈ ਜਿਹੜੀ ਉਹ ਪੋਸੀਬਲ ਨਹੀਂ ਹੈਗੀ ਹੈ, ਕਿਉਂਕਿ ਉਹ ਸਰਟਨ ਸੈਕਟਰਸ ਨੇ ਉਹਦੀ ਕਮਿਟਮੈਂਟ ਪੂਰੀ ਕਰਨੀ ਜ਼ਰੂਰੀ ਹੈ। ਸੋ ਹੁਣ ਆਪਾਂ ਪਿਛਲੇ 2 ਡਰਾ ਦੇਖੀਏ ਤੇ ਉਹ ਤੇ ਫਿਰ ਸਕੋਰ 470 ਤੋਂ ਉੱਤੇ ਚਲਿਆ ਗਿਆ ਹੈਗਾ। ਸੋ ਇਹ ਟ੍ਰੈਂਡ ਦੱਸਦਾ ਹੈ ਕਿ ਜਿਹੜਾ ਉਹ ਟਾਈਮ ਸੀਗਾ ਉਹ ਐਕਸਪੈਰੀਮੈਂਟ ਸੀ ਕਿ ਕੀ ਆਪਾਂ ਉਹਨਾਂ ਨੂੰ ਇੱਥੇ ਲੈਂਡ ਕਰਾ ਸਕਦੇ ਹਾਂ ਜੇ ਉਹ ਅੱਡ ਕਰ ਲਿਆ ਜਾਵੇ, ਪਰ ਉਹ ਲੱਗਦਾ ਕਾਮਯਾਬ ਨਹੀਂ ਹੋਇਆ। ਉਹ ਕਿਉਂ ਕਾਮਯਾਬ ਨਹੀਂ ਹੋਇਆ? ਤੁਸੀਂ ਸਿਲੈਕਟ ਕਰ ਲਿਆ, ਪ੍ਰੋਸੈਸ ਕਰ ਲਿਆ, ਪਰ ਉਹ ਤੋਂ ਅੱਗੇ ਪ੍ਰੋਸੈਸਿੰਗ ਕਿਵੇਂ ਕਰਨੀ ਹੈ? ਜੇ ਤੁਹਾਡੇ ਕੋਲ ਆਫਿਸਰਸ ਹੀ ਨਹੀਂ ਹੈਗੇ ਇਨਫ, ਤੁਸੀਂ ਉਹਨੂੰ ਕਿਵੇਂ ਪ੍ਰੋਸੈਸ ਕਰ ਸਕੋਗੇ? ਤੇ ਦੂਜਾ ਜਿਹੜੇ ਵੀਜ਼ਾ ਐਪਲੀਕੇਸ਼ਨ ਸੈਂਟਰ ਨੇ ਇੰਡੀਆ ਦੇ ਵਿੱਚੋਂ,
ਉਹ ਵੀ ਹੁਣ ਕੁਛ ਹੱਦ ਤੱਕ ਖੁੱਲਣੇ ਸ਼ੁਰੂ ਹੋ ਗਏ ਨੇ ਵਿਦ ਅ ਲਿਮਿਟਿਡ ਜਿਹੜੀ ਸਰਵਿਸਿਜ਼। ਸੋ ਉਹ ਵੀ ਔਨ ਇਨਵਾਈਟ ਹੈਗੇ ਨੇ। ਤੁਹਾਡਾ ਕੋਈ ਕਾਗਜ਼ ਸਬਮਿਟ ਕਰਨਾ ਹੈ, ਤੁਸੀਂ ਬਾਇਓਮੈਟ੍ਰਿਕਸ ਕਰਨੇ ਨੇ, ਤੁਸੀਂ ਆਪਦਾ ਪਾਸਪੋਰਟ ਪਿਕ ਕਰਨਾ ਹੈ, ਸੋ ਉਹ ਸੇਵਾਵਾਂ ਕੁਛ ਹੱਦ ਤੱਕ ਸ਼ੁਰੂ ਹੋਣੀਆਂ ਸ਼ੁਰੂ ਹੋ ਗਈਆਂ ਨੇ। ਸੋ ਲੱਗਦਾ ਆਉਣ ਵਾਲੇ ਸਮੇਂ 'ਚ ਉਹ ਪੂਰੀ ਤਰ੍ਹਾਂ ਕੰਮ ਕਰਨਾ ਜਿਹੜਾ ਸ਼ੁਰੂ ਕਰ ਦੇਣਗੇ ਜੀ। ਸਰ ਜਿਹੜੇ ਵਿਜ਼ਟਰ ਵੀਜ਼ਾ ਜਿਨ੍ਹਾਂ ਦੀਆਂ ਇਸ ਵਕਤ ਲੱਗੀਆਂ ਹੋਈਆਂ ਸੀ, ਵਿਜ਼ਟਰ ਵੀਜ਼ਾ ਉਹਨਾਂ ਦੇ ਆ ਚੁੱਕੇ ਸੀ ਤੇ ਹੁਣ 6-6 ਮਹੀਨੇ ਕਰਕੇ ਐਕਸਪਾਇਰ ਵੀ ਹੋਣ ਵਾਲੇ ਨੇ। ਆਸਟ੍ਰੇਲੀਆ ਵਰਗੀਆਂ ਕੁਝ ਕੰਟਰੀਜ਼ ਨੇ ਜਿਵੇਂ ਕੀਤਾ ਕਿ ਜਿਸ ਟਾਈਮ ਉਹ ਕਦਮ ਰੱਖਣਗੇ ਆਸਟ੍ਰੇਲੀਆ ਵਿੱਚ ਤਾਂ ਉਹਨਾਂ ਦੀ ਉਸ ਟਾਈਮ ਤੋਂ ਜਾ ਕੇ ਐਂਟਰੀ ਸਟਾਰਟ ਹੋਏਗੀ, ਉਦੋਂ ਤੋਂ ਵੀਜ਼ਾ ਦੀ ਡੇਟ ਸ਼ੁਰੂ ਹੋਏਗੀ। ਕੀ ਕੈਨੇਡਾ ਵਿੱਚ ਵੀ ਕੁਝ ਅਜਿਹਾ ਕੀਤਾ ਗਿਆ? ਹਾਂਜੀ, ਇਹ ਆਲਵੇਜ਼ ਹੀ ਇਦਾਂ ਸੀ। ਤੁਹਾਨੂੰ ਆਪਾਂ ਪਹਿਲਾਂ ਕਾਲ ਲੈ ਲਈ। ਬਿਲਕੁਲ। ਹੈਲੋ ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ ਮੈਮ, ਅਸੀਂ ਬ੍ਰੈਂਪਟਨ ਤੋਂ ਬੋਲ ਰਹੇ ਹਾਂ ਜੀ ਮੈਮ ਦੱਸੋ ਕੀ ਸਵਾਲ ਹੈ ਤੁਹਾਡਾ? ਹਾਂਜੀ ਮੈਮ, ਮੈਂ ਪੁੱਛਣਾ ਸਰ ਨੂੰ ਵੀ ਇਹ ਆਪਣੇ ਬਾਇਓਮੈਟ੍ਰਿਕ ਕੈਨੇਡਾ 'ਚ ਹੀ ਓਪਨ ਹੋਇਆ ਜਾਂ ਇੰਡੀਆ 'ਚ ਵੀ ਓਪਨ ਹੋਏ ਨੇ? ਬਾਇਓਮੈਟ੍ਰਿਕ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਓਕੇ ਜੀ ਸਰ, ਆਪਾਂ ਹੁਣੇ ਡਿਸਕਸ਼ਨ ਕਰ ਰਹੇ ਸੀ ਜੀ। ਲਿਮਿਟਿਡ ਸੇਵਾਵਾਂ ਨੇ ਜਿਹੜੀਆਂ ਉਹ ਵੀਜ਼ਾ ਐਪਲੀਕੇਸ਼ਨ ਸੈਂਟਰ 'ਚ ਸ਼ੁਰੂ ਹੋ ਚੁੱਕੀਆਂ ਹੈਗੀਆਂ ਨੇ। ਬਾਏ ਇਨਵਾਈਟ ਨੇ ਉਹ ਤੁਹਾਨੂੰ ਕਾਲ ਕਰਨਗੇ, ਫਿਰ ਤੁਸੀਂ ਜਾ ਕੇ ਸਕਦੇ ਹੋ ਜੀ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ 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 ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਮੈਡਮ। ਹਾਂਜੀ, ਕਿੱਥੋਂ ਬੋਲ ਰਹੇ ਹੋ ਸਤਿ ਜੀ? ਸ਼੍ਰੀ ਅਕਾਲ ਜੀ। ਮੈਂ ਜੀ ਪੰਜਾਬ ਤੋਂ ਬੋਲ ਰਿਹਾ। ਜੀ ਸਰ ਦੱਸੋ ਕੀ ਸਵਾਲ ਹੈ ਤੁਹਾਡਾ? ਹੈਲੋ ਹਾਂਜੀ ਸਰ ਦੱਸੋ ਕੀ ਸਵਾਲ ਹੈ ਤੁਹਾਡਾ? ਮੈਂ ਐਕਚੁਅਲੀ ਵਿਜ਼ਟਰ ਵੀਜ਼ਾ ਦੇ ਰਿਗਾਰਡਿੰਗ ਪੁੱਛਣਾ ਚਾਹੁੰਦਾ ਸੀ। ਜੀ ਸਰ ਦੱਸੋ। ਜੀ, ਮੈਂ ਵਿਜ਼ਟਰ ਵੀਜ਼ਾ ਦੇ ਰਿਗਾਰਡਿੰਗ ਪੁੱਛਣਾ ਚਾਹੁੰਦਾ ਸੀਗਾ ਕਿ ਇਸ ਟਾਈਮ ਵਿਜ਼ਟਰ ਵੀਜ਼ਾਸ ਅਲਾਉਡ ਕੀਤੇ ਜਾ ਰਹੇ ਨੇ? ਜੀ ਜ਼ਰੂਰ। ਜੀ ਤੁਸੀਂ ਟੀਵੀ ਸਕਰੀਨ ਇਸ ਟਾਈਮ ਵਿਜ਼ਟਰ ਵੀਜ਼ਾਸ ਅਲਾਉਡ ਕੀਤੇ ਜਾ ਰਹੇ ਨੇ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਤੁਹਾਡਾ ਇਹੀ ਸਵਾਲ ਹੈ ਸਰ? ਹਾਂਜੀ, ਤੁਹਾਡਾ ਬਸ ਇਹੀ ਸਵਾਲ ਹੈ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਮੈਂ ਪੁੱਛਣਾ ਚਾਹ ਰਿਹਾ ਕਿ ਰਾਈਟ ਜੀ ਸਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਮੈਂ ਹੋਰ ਪੁੱਛਣਾ ਚਾਹੁੰਦਾ, ਇੱਕ ਉਹਦੇ ਤੇ ਨਾ CIC ਦੀ ਵੈਬਸਾਈਟ ਦੇ। ਜੀ ਸਰ, ਆਪਣਾ ਸਵਾਲ ਰੱਖੋ। ਹਾਂਜੀ ਮੈਂ ਇਹ ਪੁੱਛਣਾ ਚਾਹੁੰਦਾ, CIC ਦੀ ਵੈਬਸਾਈਟ ਦੇ ਉੱਤੇ ਇੱਕ ਕਲੌਜ਼ ਦੇ ਸ਼ੋ ਹੋ ਰਿਹਾ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਇਮੀਡੀਏਟ ਫੈਮਿਲੀ ਮੈਂਬਰਸ ਨੂੰ ਮਿਲਣ ਵਾਸਤੇ ਵਿਜ਼ਟਰਸ ਵੀਜ਼ਾ ਮਿਲ ਰਿਹਾ ਹੈ। ਓਕੇ ਸਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਪਹਿਲਾਂ ਮੈਂ ਆਪ ਜੀ ਦੇ ਇਨੀਸ਼ੀਅਲ ਸਵਾਲ ਦਾ ਜਵਾਬ ਦੇ ਦਾਂ। ਜਿਹੜਾ ਕੈਨੇਡਾ ਦਾ ਸਿਸਟਮ ਹੈਗਾ, ਜਿਹੜਾ ਵੀਜ਼ਾ ਹੈਗਾ, ਉਹ ਐਕਚੁਅਲੀ ਤੁਹਾਡੀ ਸਟੇ ਦੀ ਲਿਮਿਟ ਨਹੀਂ ਹੈਗਾ। ਕੈਨੇਡੀਅਨ ਲਾਅ ਦੇ ਮੁਤਾਬਕ ਜਿਹੜਾ ਵਿਜ਼ਿਟ ਵੀਜ਼ਾ ਹੈ ਉਹ ਇਨਵੀਟੇਸ਼ਨ ਟੂ ਦ ਪੋਰਟ ਆਫ ਐਂਟਰੀ ਹੈਗਾ। ਸੋ ਜੇ ਤੁਹਾਨੂੰ 6 ਮਹੀਨੇ ਦਾ ਮਿਲਿਆ ਤਾਂ ਮਤਲਬ ਉਹਨਾਂ 6 ਮਹੀਨੇ ਦੌਰਾਨ ਤੁਸੀਂ ਕਿਸੇ ਵੀ ਦਿਨ ਕੈਨੇਡਾ ਪਹੁੰਚ ਸਕਦੇ। ਜਦੋਂ ਇੱਥੇ ਪਹੁੰਚ ਜਾਓਗੇ ਫਿਰ ਇੱਕ CBSA ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦਾ ਆਫਿਸਰ ਡਿਸਾਈਡ ਕਰੂਗਾ ਤੁਸੀਂ ਕਿੰਨੇ ਦਿਨ ਰਹਿ ਸਕਦੇ ਹੋ। ਸੋ ਮੈਕਸਿਮਮ ਲੈਂਥ ਜਿਹੜੀ ਉਹ ਡਿਸਾਈਡ ਕਰ ਸਕਦੇ ਹੋ 183 ਦਿਨ ਹੈਗੀ ਹੈ 6 ਮਹੀਨੇ, ਜਾਂ ਉਹ ਘੱਟ ਦਿਨ ਜੇ ਡਿਸਾਈਡ ਕਰਦਾ ਉਹ ਤੋਂ ਤਰੀਕ ਪਾ ਲਿਖ ਦੂ। ਜੇ ਉਹਨੇ ਕੋਈ ਤਰੀਕ ਨਹੀਂ ਪਾਈ ਇਹਦਾ ਮਤਲਬ ਤੁਸੀਂ 183 ਦਿਨ ਰਹਿ ਸਕਦੇ ਹੋ। ਵੀਜ਼ਾ ਚਾਹੇ ਤੁਹਾਡਾ ਉਦਾਂ ਹੀ ਐਕਸਪਾਇਰ ਹੋ ਰਿਹਾ ਹੈਗਾ। ਸੋ ਵੀਜ਼ਾ ਸਿਰਫ ਉਹ ਟਰੈਵਲ ਡੇਟਸ ਨੇ, ਸਟਾਰਟ ਡੇਟ, ਐਂਡ ਡੇਟ, ਉਹਦੇ ਵਿੱਚ ਕਦੇ ਵੀ ਟਰੈਵਲ ਕਰ ਸਕਦੇ ਹੋ, ਪਰ ਉਹ ਤੁਹਾਡੇ ਰਹਿਣ ਨਾਲ ਉਹਦਾ ਕੋਈ ਸੰਬੰਧ ਨਹੀਂ ਹੈਗਾ। ਸੋ ਜਿਸ ਦਿਨ ਪਹੁੰਚੋਗੇ ਉਹ ਦਿਨ ਤੁਹਾਡਾ ਪਹਿਲਾ ਦਿਨ ਗਿਣਿਆ ਜਾਊਗਾ। ਦੂਜੇ ਜਿਹੜੇ ਹਾਂਜੀ ਕਾਲ ਆਈ ਸੀਗੀ, ਸੋ ਇੱਕ ਤਾਂ ਇਹਦੇ ਤੇ ਮੈਂ ਲੇਟੈਸਟ ਅਪਡੇਟ ਦੇਣਾ ਚਾਹੁੰਦਾ ਹੈਗਾ ਕਿ ਜਿਹੜੀਆਂ ਐਪਲੀਕੇਸ਼ਨਸ ਹੈਗੀਆਂ ਨੇ ਉਹ ਹੁਣ ਪ੍ਰਾਇਓਰਟਾਈਜ਼ ਕੀਤੀਆਂ ਜਾਣਗੀਆਂ ਜੀ। ਇਹ ਐਪਲੀਕੇਸ਼ਨਸ ਉਹ ਨੇ ਜਿਹੜੀਆਂ ਵਿਜ਼ਿਟਰ ਵੀਜ਼ਾ, ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਲਈ ਨੇ, ਜਿਹੜੀਆਂ 1 ਜੁਲਾਈ ਤੋਂ ਬਾਅਦ ਸਬਮਿਟ ਹੋਈਆਂ ਨੇ। ਸੋ ਜਿਹੜੀਆਂ 18 ਮਾਰਚ ਤੋਂ ਪਹਿਲਾਂ, ਕਿਉਂਕਿ 18 ਮਾਰਚ ਤੋਂ 1 ਜੁਲਾਈ ਦੇ ਵਿਚਾਲੇ ਬੰਦ ਸੀਗਾ, ਸੋ ਜਿਹੜੀਆਂ 18 ਮਾਰਚ ਤੋਂ ਪਹਿਲਾਂ ਸਬਮਿਟ ਹੋਈਆਂ ਨੇ ਉਹਨਾਂ ਤੇ ਹਾਲੇ ਕੋਈ ਪ੍ਰਾਇੋਰਟੀ ਸੈੱਟ ਨਹੀਂ ਕੀਤੀ ਗਈ, ਪਰ ਜਿਹੜੀਆਂ 1 ਜੁਲਾਈ ਤੋਂ ਬਾਅਦ ਸਬਮਿਟ ਕੀਤੀਆਂ ਨੇ ਉਹਨਾਂ ਨੂੰ ਪ੍ਰਾਇੋਰਟਾਈਜ਼ ਕੀਤਾ ਜਾਊਗਾ। ਪ੍ਰਾਇੋਰਟੀ ਇਹ ਹੈਗੀ ਹੈ ਕਿ ਜਿਹੜੇ ਲੋਕ ਟਰੈਵਲ ਕਰ ਸਕਦੇ ਨੇ ਉਹਨਾਂ ਦੀਆਂ ਅਰਜ਼ੀਆਂ ਨੂੰ ਹੀ ਪਹਿਲਾਂ ਪ੍ਰੋਸੈਸ ਕੀਤਾ ਜਾਊਗਾ। ਸੋ ਟਰੈਵਲ ਕਿਹੜੇ ਲੋਕ ਕਰ ਸਕਦੇ ਨੇ? ਪੈਰੈਂਟਸ ਕਰ ਸਕਦੇ ਨੇ, ਗ੍ਰੈਂਡ ਪੈਰੈਂਟਸ ਕਰ ਸਕਦੇ ਨੇ, ਚਿਲਡਰਨ ਕਰ ਸਕਦੇ ਨੇ, ਗਾਰਡੀਅਨ ਕਰ ਸਕਦੇ ਨੇ, ਜਿਹੜੇ ਇਮੀਡੀਏਟ ਫੈਮਿਲੀ ਮੈਂਬਰਸ ਹੈਗੇ ਨੇ। ਹਾਂਜੀ ਬਿਲਕੁਲ, ਸਪਾਊਸ ਵੀ ਕਰ ਸਕਦੇ ਨੇ। ਸੋ ਜਿਹੜੇ ਇਹ ਲਿਸਟ ਦੇ ਵਿੱਚੋਂ ਆਉਣਗੇ ਉਹਨਾਂ ਦੀਆਂ ਅਰਜ਼ੀਆਂ ਨੂੰ ਪ੍ਰਾਇੋਰਟਾਈਜ਼ ਕੀਤਾ ਜਾਊਗਾ। ਸੋ ਐਪਲੀਕੇਸ਼ਨ ਕਰਨ ਦੇ ਉੱਤੇ ਕੋਈ ਰੋਕ ਨਹੀਂ। ਐਪਲੀਕੇਸ਼ਨ ਤਾਂ 9 ਜੂਨ ਦੀਆਂ ਲੈਣੀਆਂ ਸ਼ੁਰੂ ਕੀਤੀਆਂ ਨੇ ਤੇ 1 ਜੁਲਾਈ ਤੋਂ ਪ੍ਰੋਸੈਸ ਵੀ ਕਰਨੀਆਂ ਸ਼ੁਰੂ ਕਰਤੇ। ਐਪਲੀਕੇਸ਼ਨ ਕੋਈ ਵੀ ਕਰ ਸਕਦਾ, ਪਰ ਇਹ ਨਹੀਂ ਹੈਗਾ ਕਿ ਉਹ ਨੰਬਰਵਾਰ ਉਹਨੂੰ ਫਸਟ ਕਮ ਫਸਟ ਬੇਸ ਦੇ ਉੱਤੇ ਪ੍ਰੋਸੈਸ ਕੀਤਾ ਜਾਊਗਾ। ਰਾਦਰ ਉਹਨਾਂ ਨੂੰ ਪ੍ਰੋਸੈਸ ਕੀਤਾ ਜਾਊਗਾ ਕਿ ਜਿਹੜੇ ਲੋਕ ਐਗਜ਼ੈਂਪਟ ਨੇ ਟਰੈਵਲ ਰਿਸਟ੍ਰਿਕਸ਼ਨਸ ਤੋਂ ਉਹਨਾਂ ਨੂੰ ਪਹਿਲਾਂ ਕੀਤਾ। ਦੂਜੇ ਦੀ ਅਰਜ਼ੀ ਤੇ ਫੈਸਲਾ ਕਰਨ ਦਾ ਕੀ ਫਾਇਦਾ ਜੇ ਉਹ ਆ ਹੀ ਨਹੀਂ ਸਕਦਾ। ਜਿਹੜੇ ਲੋਕ ਆ ਸਕਦੇ ਨੇ ਉਹਨਾਂ ਦੀਆਂ ਅਰਜ਼ੀਆਂ ਤੇ ਪਹਿਲਾਂ ਪ੍ਰੋਸੈਸ ਕੀਤਾ ਜਾ ਸਕਦਾ। ਸੋ ਜੇ ਕੋਈ ਸੁਪਰ ਵੀਜ਼ਾ ਲਈ ਐਪਲੀਕੇਸ਼ਨ ਕਰ ਰਿਹਾ ਹੈਗਾ, ਹਾਂਜੀ ਉਹਨੂੰ ਬਿਲਕੁਲ ਪ੍ਰਾਇੋਰਟੀ
ਦਿੱਤੀ ਜਾਊਗੀ। ਤੇ ਦੂਜਾ, ਜੇ ਤੁਸੀਂ ਆਪਣੀ ਅਰਜ਼ੀ ਚਾਹੇ ਸੁਪਰ ਵੀਜ਼ੇ ਲਈ, ਵਿਜ਼ਟਰ ਵੀਜ਼ੇ ਲਈ ਕਰੀਏ 18 ਮਾਰਚ ਤੋਂ ਪਹਿਲਾਂ, ਤਾਂ ਮੇਰਾ ਰਿਕਮੈਂਡੇਸ਼ਨ ਹੈਗਾ ਕਿ ਉਹਨੂੰ ਦੁਬਾਰੇ ਕਰ ਲਿਆ ਜਾਵੇ, ਕਿਉਂਕਿ ਜਿਹੜੀਆਂ 1 ਜੁਲਾਈ ਤੋਂ ਬਾਅਦ ਵਾਲੀਆਂ ਨੇ ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਜਾਣੀ ਹੈ ਜੀ। ਦਰਸ਼ਕ ਇੱਕ ਹੋਰ ਜੁੜ ਗਏ ਨੇ। ਹੈਲੋ, ਸਤਿ ਸ੍ਰੀ ਅਕਾਲ ਜੀ ਬੇਟਾ, ਮੈਂ USA ਤੋਂ ਬੋਲ ਰਿਹਾ ਜੀ ਸਰ। ਸਾਡੀ ਬੇਟੀ ਵਿਨੀਪੈਗ ਤੋਂ ਆ ਜੀ, ਔਰ ਉਹਨਾਂ ਨੇ ਆਪਣੇ ਸਿਟੀਜ਼ਨ ਦੇ ਐਗਜ਼ਾਮ ਸਾਰੇ ਕਲੀਅਰ ਕਰ ਰੱਖੇ। ਦੇ ਆਰ ਵੇਟਿੰਗ ਫॉर द oath ceremony. Can you give some knowledge about it, that when are it is likelihood to be conducted for their oath? ਬਿਲਕੁਲ ਜੀ ਸਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਕਰ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਰ। ਹਾਂਜੀ, ਆਪਾਂ ਇਨੀਸ਼ੀਅਲੀ ਜਦੋਂ ਡਿਸਕਸ਼ਨ ਕਰ ਰਹੇ ਸੀ, ਮੈਂ ਦੱਸਿਆ ਸੀ ਉਦੋਂ ਕਿ ਇਹ ਜਿਹੜਾ ਵੈਨਕੂਵਰ ਦਫ਼ਤਰ ਹੈਗਾ ਇਮੀਗ੍ਰੇਸ਼ਨ ਦਾ, ਸਿਟੀਜ਼ਨਸ਼ਿਪ ਦਾ, ਉਹਨਾਂ ਨੇ ਇਹ ਐਕਸਪੈਰੀਮੈਂਟ ਸ਼ੁਰੂ ਕੀਤਾ ਹੈਗਾ। ਸੋ ਜੇ ਐਕਸਪੈਰੀਮੈਂਟ ਕਾਮਯਾਬ ਰਿਹਾ ਤੇ ਬਾਕੀ ਮੁਲਕ ਦੇ ਵਿੱਚੋਂ ਵੀ ਲਾਗੂ ਕਰ ਦਿੱਤਾ ਜਾਊਗਾ। ਸੋ ਉੱਥੇ ਉਹਨਾਂ ਨੇ ਲਿਮਿਟਿਡ ਸੀਟਿੰਗ ਨਾਲ ਜਾਂ ਲਿਮਿਟਿਡ ਓਥ ਸੈਰੇਮਨੀਜ਼ ਨਾਲ ਕੰਮ ਕਰਨਾ ਸ਼ੁਰੂ ਕਰਿਆ। ਸੋ ਜੇ ਐਕਸਪੈਰੀਮੈਂਟ ਕਾਮਯਾਬ ਹੁੰਦਾ ਤਾਂ ਬਾਕੀ ਸੈਂਟਰਸ ਦੇ ਵਿੱਚੋਂ ਵੀ ਲਾਗੂ ਕਰ ਦਿੱਤਾ ਜਾਊਗਾ। ਜੇ ਉਹ ਨਾ ਕਾਮਯਾਬ ਹੋਇਆ ਜੀ ਤੇ ਫਿਰ ਸ਼ਾਇਦ ਨਹੀਂ ਵੇਟ ਕਰਨੀ ਪੈ ਸਕਦੀ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਖੈਰਾ ਸਾਹਿਬ ਨਾਲ ਗੱਲ ਕਰਨੀ। ਬਿਲਕੁਲ ਜੀ, ਖੈਰਾ ਸਾਹਿਬ ਸਾਡੇ ਨਾਲ ਹੀ ਨੇ। ਦੱਸੋ ਕਿੱਥੋਂ ਬੋਲ ਰਹੇ ਹੋ ਮੈਮ? ਅਸੀਂ ਬਰੈਂਪਟਨ ਤੋਂ ਬੋਲਦੇ ਹਾਂ। ਅਸੀਂ ਪੁੱਛਣਾ ਸੀ ਵੀ ਕੋਈ ਫੈਮਿਲੀ ਕਿਸਾਂ ਦੀ PR ਦੀ ਫਾਈਲ ਲਾਉਣ ਵਾਸਤੇ ਅਪਡੇਟ ਹੈ ਕੋਈ? ਅਸੀਂ ਸੁਪਰ ਵੀਜ਼ੇ ਤੇ ਜੀ, ਫੈਮਿਲੀ ਕੇਸਿਸ ਦੇ ਬਾਰੇ ਵਿੱਚ। ਹਾਂਜੀ, ਸੋ ਹਾਲੇ ਉਹਦੀ ਕੋਈ ਵੀ ਅਪਡੇਟ ਨਹੀਂ ਆਇਆ ਹੈਗਾ, ਕਿਉਂਕਿ 1 ਅਪ੍ਰੈਲ ਨੂੰ ਜਿਹੜਾ ਸੀਗਾ ਉਹ ਅਗਲੀ ਕਾਰਵਾਈ ਕਿਵੇਂ ਇਨਟੇਕ ਕਰਨੀ ਹੈ ਐਪਲੀਕੇਸ਼ਨਸ, ਉਹਦੇ ਉੱਤੇ ਮਿਨਿਸਟਰ ਨੇ ਦੱਸਣਾ ਸੀ। ਪਰ ਉਹ ਤੋਂ ਪਹਿਲਾਂ ਹੀ 18 ਮਾਰਚ ਨੂੰ ਜਿਹੜਾ ਟਰੈਵਲ ਰਿਸਟ੍ਰਿਕਸ਼ਨਸ ਲਾਗੂ ਹੋ ਗਈਆਂ ਤੇ ਉਸ ਤੋਂ ਬਾਅਦ ਉਹਦੇ ਕੋਈ ਅਪਡੇਟ ਨਹੀਂ ਆਈ, ਨਾ ਹੀ ਉਹਦੇ ਤੇ ਕੋਈ ਵਿਚਾਰ ਹੈ ਜਿਹੜੀ ਉਹ ਹੋ ਰਹੀ ਹੈ ਜੀ। ਤੇ ਦੂਜੀ, ਮਾਈਨੋਰਿਟੀ ਗਵਰਨਮੈਂਟ ਹੈਗਾ, ਸੋ ਇਹਦੇ ਨਾਲ ਨਾਲ ਹੁਣ ਇਹਨਾਂ ਨੂੰ ਬਹਾਨਾ ਵੀ ਮਿਲ ਗਿਆ। ਸੋ ਇਹੋ ਜਿਹਾ ਕੋਈ ਐਕਸਪੈਰੀਮੈਂਟ ਨਹੀਂ ਕਰਨਾ ਚਾਹੁੰਦੇ ਜਿਹਦੇ ਕਰਕੇ ਫਿਰ ਦੁਬਾਰੇ ਉਹਨਾਂ ਨੂੰ ਉਹੀ ਜੀ ਬੈਡ ਸਿਚੁਏਸ਼ਨ ਜਾਣਾ ਪਵੇ ਜਿੱਥੇ ਲੋਕ ਉਹਨਾਂ ਤੇ ਬੈਕਫਾਇਰ ਕਰਨ। ਕਿਉਂਕਿ ਪਹਿਲਾਂ ਵੀ ਜੇ ਆਪਾਂ ਐਗਜ਼ਾਮਪਲ ਦੇਖੀਏ, ਚਾਹੇ ਉਹ ਲੋਟਰੀ ਸਿਸਟਮ ਸੀ ਤੇ ਚਾਹੇ ਉਹ ਫਸਟ ਕਮ ਫਸਟ ਸਰਵ ਸੀ, ਕੰਪਿਊਟਰ ਦੇ ਉੱਤੇ ਤੁਸੀਂ ਅਰਜ਼ੀ ਕਰਨੀ ਸੀ, ਉਹ 'ਚ ਸਰਕਾਰ ਦੀ ਬਹੁਤ ਬਦਨਾਮੀ ਹੋਈ। ਰਾਹ ਕਰਕੇ ਸਰਕਾਰ ਨੂੰ 72 ਬੰਦਿਆਂ ਨਾਲ ਇਹ ਕੋਰਟ ਆਊਟ ਆਫ ਕੋਰਟ ਸੈਟਲਮੈਂਟ ਵੀ ਕਰਨਾ ਪਿਆ, ਜਿੱਥੇ ਕਿ ਉਹਨਾਂ ਨੇ ਕੋਰਟ 'ਚ ਜਾ ਕੇ ਕਿਹਾ ਸਾਡੇ ਕੋਲ ਤਾਂ ਕੰਪਿਊਟਰ ਹੀ ਨਹੀਂ ਹੈਗੇ, ਅਸੀਂ ਕਿਵੇਂ ਅਰਜ਼ੀ ਕਰ ਸਕਦੇ ਹਾਂ। ਸੋ ਤੁਸੀਂ ਸਾਡੀ ਡਿਸਕ੍ਰਿਮੀਨੇਟ ਕਰਿਆ ਸਾਨੂੰ, ਇਹ ਕਹਿ ਕੇ ਕਿ ਅਰਜ਼ੀ ਸਿਰਫ ਕੰਪਿਊਟਰ ਤੇ ਕੀਤੀ ਜਾ ਸਕਦੀ ਹੈ, ਜੇ ਸਾਡੇ ਕੋਲ ਕੰਪਿਊਟਰ ਨਹੀਂ ਅਸੀਂ ਕਿਵੇਂ ਆਪਣੇ ਮਾਪਿਆਂ ਨੂੰ ਬੁਲਾਵਾਂਗੇ। ਸੋ ਫੈਡਰਲ ਕੋਰਟ ਨੇ ਉਸ ਗੱਲ ਦੇ ਉੱਤੇ ਲੀਵ ਹੈ ਜਿਹੜਾ ਮੋਸ਼ਨ ਮਨਜ਼ੂਰ ਕਰਤਾ ਸੀ। ਮਨਜ਼ੂਰ ਕਰਨ ਤੋਂ ਬਾਅਦ ਫਿਰ ਸਰਕਾਰ ਨੇ ਉਹਨਾਂ ਨੂੰ ਇੱਕ ਸਮਝੌਤਾ ਕਰ ਲਿਆ ਆਊਟ ਆਫ ਕੋਰਟ ਵੀ ਕੋਈ ਨਾ, ਤੁਸੀਂ ਵੀ ਆਪਣੀ ਅਰਜ਼ੀ ਦਾਖਲ ਕਰ ਲਓ, ਅਸੀਂ ਤੁਹਾਨੂੰ ਕਾਗਜ਼ ਦੇ ਉੱਤੇ ਹੀ ਮੰਨ ਲਾਂਗੇ। ਸੋ ਹੁਣ ਇਹ ਜੀ ਕਿਸੇ ਵੀ ਜਿਹੜੀ ਸਰਕਮਸਟੈਂਸ ਹੈ, ਸਿਚੁਏਸ਼ਨ ਹੈ, ਜਿੱਥੇ ਕਿ ਉਹਨਾਂ ਨੂੰ ਇਹ ਪਬਲਿਕ ਰਾਤ ਹੈ ਜਿਹੜਾ ਉਹ ਫੇਸ ਕਰਨਾ ਪਵੇ, ਉਹ ਨਹੀਂ ਕਰੂਗੇ ਜੀ। ਕਿਉਂਕਿ ਵੋਟਾਂ ਜਿਹੜੇ ਵੇਲੇ ਵੀ ਪੈਣਗੀਆਂ ਇਹ ਬਹੁਤ ਵੱਡਾ ਮੁੱਦਾ ਭਖ ਕੇ ਆਊਗਾ। ਰਾਦਰ ਕੇ ਜੇ ਚੁੱਪ ਚਪੀਤੇ ਹੀ ਕੰਮ ਚੱਲਦਾ ਰਿਹਾ ਤੇ ਫਿਰ ਉਹ ਪੈਂਡੇਮਿਕ ਦਾ ਬਹਾਨਾ ਲਾ ਕੇ ਕਹਿ ਸਕਦੇ ਨੇ ਅਸੀਂ ਹਾਲੇ ਅਰਜ਼ੀਆਂ ਨਹੀਂ ਲੈ ਰਹੇ। ਪਰ ਜੇ ਉਹਨਾਂ ਨੇ ਇਨਟੇਕ ਸ਼ੁਰੂ ਕਰ ਲਈ ਤੇ ਉਹ ਇਨਟੇਕ ਲੋਕਾਂ ਦੇ ਇੰਟਰਸਟ ਦੇ ਮੁਤਾਬਕ ਨਾ ਹੋਇਆ ਤਾਂ ਫਿਰ ਬਹੁਤ ਵੱਡੀ ਪ੍ਰੋਬਲਮ ਹੈ ਜਿਹੜੀ ਉਹ ਆ ਸਕਦੀ ਹੈਗੀ। ਉਹਦੇ ਨਾਲ ਵੋਟਾਂ ਵੀ ਟੁੱਟ ਜਾਂਦੀਆਂ ਨੇ ਜੀ। ਸੋ ਡੋਂਟ ਟੈਲ ਡੋਂਟ ਆਸਕ ਨਾਲ ਹੀ ਚੱਲਣ ਕੰਮ ਚੱਲ ਰਿਹਾ ਹੈ। ਬਿਲਕੁਲ ਸਰ, ਹੁਣ ਇੱਥੇ ਮੈਂ ਇੱਕ ਕੁਐਸਚਨ ਉਹਨਾਂ ਲਈ ਵੀ ਪੁੱਛਣਾ ਚਾਹੂੰਗੀ ਜਿਨ੍ਹਾਂ ਦਾ PR ਕਾਰਡ ਇਸ ਵਕਤ ਆਊਟ ਆਫ ਕੈਨੇਡਾ ਨੇ, PR ਕਾਰਡ ਵੀ ਉਹਨਾਂ ਦਾ ਐਕਸਪਾਇਰ ਹੋ ਰਿਹਾ, ਸੋ ਉਹਨਾਂ ਲਈ ਕੀ ਕੀਤਾ ਜਾਵੇ? ਕਰਨ ਇਹ ਵੀ ਇੱਕ ਬਹੁਤ ਵੱਡਾ ਜਿਹੜਾ ਕੰਸਰਨ ਹੈਗਾ। ਕਈ ਲੋਕ ਸੋਚਦੇ ਹੈ ਕਿ ਜੇ ਉਹਨਾਂ ਦਾ PR ਕਾਰਡ ਐਕਸਪਾਇਰ ਹੋ ਗਿਆ ਤਾਂ ਉਹ ਸਮਝਦੇ ਆ ਕਿ ਉਹਨਾਂ ਦੀ ਜਿਹੜੀ ਪਰਮਨੈਂਟ ਰੈਜ਼ੀਡੈਂਸ ਸਟੇਟਸ ਹੈ ਉਹ ਵੀ ਚਲਿਆ ਗਿਆ, ਉਹ ਵੀ ਖਤਮ ਹੋ ਗਿਆ। ਪਰ ਇਹ ਬਿਲਕੁਲ ਸੱਚ ਨਹੀਂ ਹੈਗਾ ਜੀ। ਸਭ ਤੋਂ ਪਹਿਲਾਂ ਤਾਂ ਸਿਰਫ 2 ਸਿਚੁਏਸ਼ਨਸ ਨੇ, 2 ਸਰਕਮਸਟੈਂਸਿਸ ਨੇ ਜਿੱਥੇ ਤੁਹਾਡਾ ਪਰਮਨੈਂਟ ਰੈਜ਼ੀਡੈਂਸ ਸਟੇਟਸ ਜਾ ਸਕਦਾ ਹੈਗਾ। ਪਹਿਲਾ ਤਾਂ ਹੈਗਾ ਕਿ ਤੁਸੀਂ ਖੁਦ ਵੋਲੰਟੈਰਲੀ ਰਿਲੈਂਕੁਇਸ਼ ਕਰ ਦਿਓ ਆਪਣੇ ਸਟੇਟਸ ਨੂੰ, ਮਤਲਬ ਕਿ ਲਿਖ ਕੇ ਦੇ ਦਿਓ ਕਿ ਮੈਂ PR ਨਹੀਂ ਰਹਿਣਾ ਚਾਹੁੰਦਾ। ਤਾਂ ਇੱਕ ਆਫਿਸਰ ਉੱਤੇ ਡਿਸੀਜਨ ਕਰੂਗਾ, ਡਿਸੀਜਨ ਕਰਨ ਤੋਂ ਬਾਅਦ ਤੁਹਾਡਾ PR ਜਿਹੜਾ ਸਟੇਟਸ ਹੈ ਉਹ ਖਤਮ ਮੰਨ ਲਿਆ ਜਾਊਗਾ ਜੀ। ਤੁਹਾਨੂੰ ਰਿਲੈਂਕੁਇਸ਼ ਕਰ ਦੀ ਚਿੱਠੀ ਆ ਜਾਊਗੀ, ਤੁਸੀਂ ਨੋ ਲੋਂਗਰ PR ਰਹਿ ਜਾਂਦੇ ਹੋ। ਜਾਂ ਦੂਜੀ ਸਰਕਮਸਟੈਂਸ ਹੈਗੀ ਹੈ ਕਿ ਤੁਸੀਂ ਜੱਜ ਨੇ ਤੁਹਾਨੂੰ ਰਿਮੂਵਲ ਆਰਡਰ ਦੇ ਦਿੱਤਾ ਹੈਗਾ। ਜੱਜ ਨੇ ਦੇਤਾ ਕਿ ਇਹਨੂੰ ਕੈਨੇਡਾ ਦਾ ਪਰਮਨੈਂਟ ਰੈਜ਼ੀਡੈਂਸ ਸਟੇਟਸ ਵਾਪਸ ਲਿਆ ਜਾਵੇ ਤੇ ਇਹਨੂੰ ਕੈਨੇਡਾ ਤੋਂ ਬਾਹਰ ਭੇਜ ਦਿੱਤਾ ਜਾਵੇ। ਇਹ 2 ਸਰਕਮਸਟੈਂਸਿਸ ਨੂੰ ਛੱਡ ਕੇ ਤੁਸੀਂ ਚਾਹੇ ਕੈਨੇਡਾ 'ਚ ਰਹਿੰਦੇ ਹੋ ਚਾਹੇ ਨਹੀਂ ਰਹਿੰਦੇ ਤਾਂ ਵੀ ਤੁਸੀਂ PR ਹੀ ਮੰਨੇ ਜਾਓਗੇ। ਜਿਹੜਾ PR ਕਾਰਡ ਹੈ ਉਹ ਇੱਕ ਟਰੈਵਲ ਡਾਕੂਮੈਂਟ ਹੈ।
ਸੋ ਸਿਰਫ ਕੈਨੇਡਾ 'ਚ ਵਾਪਸ ਸਫ਼ਰ ਕਰਨ ਲਈ, ਕੈਨੇਡਾ ਦੇ ਅੰਦਰ ਆਉਣ ਲਈ ਉਹਦੀ ਜ਼ਰੂਰਤ ਹੈ। ਜੇ ਤੁਸੀਂ ਕੈਨੇਡਾ ਦੇ ਅੰਦਰ ਰਹਿੰਦੇ ਹੋ, ਤੁਹਾਡਾ ਕਾਰਡ ਐਕਸਪਾਇਰ ਹੋ ਗਿਆ, ਤੁਹਾਨੂੰ ਕੋਈ ਲੋੜ ਨਹੀਂ, ਜੇ ਤੁਸੀਂ ਟਰੈਵਲ ਨਹੀਂ ਕਰਨਾ ਕਾਰਡ ਨਾ ਬਣਾਓ ਤੁਸੀਂ, ਨੋਬਡੀ ਇਜ਼ ਗੋਇੰ ਟੂ ਆਸਕ ਯੂ ਦੈਟ ਕਾਰਡ, ਉਹ ਕਿਸੇ ਨੇ ਪੁੱਛਣਾ ਨਹੀਂ ਵੀ ਕਾਰਡ ਹੈ ਨਹੀਂ ਹੈ। ਤੇ ਦੂਜਾ ਉਹ ਸਿਰਫ ਟਰੈਵਲ ਕਰਨ ਲਈ ਹੈ। ਸੋ ਜੇ ਆਪਾਂ ਇਹਨੂੰ ਕੰਪੇਅਰ ਕਰੀਏ ਪਾਸਪੋਰਟ ਦੇ ਨਾਲ, ਸੋ ਜੇ ਆਪਣਾ ਪਾਸਪੋਰਟ ਐਕਸਪਾਇਰ ਹੋ ਜੇ ਤਾਂ ਆਪਣੀ ਸਿਟੀਜ਼ਨਸ਼ਿਪ ਨਹੀਂ ਨਾ ਚਲੀ ਜਾਂਦੀ। ਉਵੇਂ ਜਿਵੇਂ ਜੇ ਤੁਹਾਡਾ PR ਕਾਰਡ ਐਕਸਪਾਇਰ ਹੋ ਗਿਆ ਤਾਂ ਤੁਹਾਡੀ ਪਰਮਾਨੈਂਟ ਰੈਜ਼ੀਡੈਂਸ ਸਟੇਟਸ ਨਹੀਂ ਚਲਿਆ ਜਾਂਦਾ। ਤੇ ਬਹੁਤ ਸਾਰੇ ਲੋਕਾਂ ਨੇ ਇਹ ਵਿਚਾਰ ਵੀ ਛੱਡਤਾ ਕਿ ਉਹਨਾਂ ਦਾ ਕਾਰਡ ਐਕਸਪਾਇਰ ਹੋ ਗਿਆ, ਹੁਣ ਉਹ ਕੈਨੇਡਾ ਨਹੀਂ ਜਾ ਸਕਦੇ, ਪਰ ਜਿਹੜਾ ਬਿਲਕੁਲ ਸੱਚ ਨਹੀਂ ਹੈਗਾ। ਇਹਦੇ ਬਾਰੇ ਗੱਲ ਕਰਾਂਗੇ। ਪਹਿਲਾਂ ਇੱਕ ਦਰਸ਼ਕ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਸਰ? ਹਾਂਜੀ, ਖਹਿਰਾ ਸਾਹਿਬ ਜਿਸ ਤਰ੍ਹਾਂ ਕਹਿ ਰਹੇ ਸੀ ਵੀ ਹੁਣ ਇਮੀਗ੍ਰੇਸ਼ਨ ਦਾ ਜਿਹੜਾ ਫੈਮਿਲੀ ਦੇ ਪੇਰੈਂਟਸ ਦਾ ਹੈ ਵੀ ਉਹ ਤਾਂ ਅਜੇ ਗਵਰਨਮੈਂਟ ਨੇ ਕੋਈ ਡਿਸਾਈਡ ਨਹੀਂ ਕੀਤਾ ਜੀ, ਤੇ ਜਿਹੜੀ ਐਪਲੀਕੇਸ਼ਨਾਂ ਅੰਡਰ ਐਸਐਮਸੀ ਦੇ ਗਈਆਂ ਨੇ ਉਹਨਾਂ ਦੀ ਕੀ ਪੋਜੀਸ਼ਨ ਹੈ, ਕਿਸ ਤਰ੍ਹਾਂ ਕੁਝ ਹੋ ਰਿਹਾ ਕੁਝ ਉਹਨਾਂ ਵੱਲ ਕਿ ਨਹੀਂ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਜੀ ਸਰ। ਬਿਲਕੁਲ ਜੀ, ਉਹ ਐਪਲੀਕੇਸ਼ਨ ਸਾਰੀਆਂ ਜਿਹੜੀਆਂ ਨੇ ਉਹ ਪ੍ਰੋਸੈਸ ਹੋ ਰਹੀਆਂ ਨੇ, ਪਰ ਉਹਨਾਂ ਦੇ ਉੱਤੇ ਟਾਈਮ ਹੈ ਜਿਹੜਾ ਉਹ 2 ਸਾਲ ਤੋਂ ਵੱਧ ਦਾ ਲੱਗਣਾ ਸ਼ੁਰੂ ਹੋ ਗਿਆ ਜਵਾਬ ਆਉਣ ਨੂੰ। ਤੇ ਦੂਜਾ ਇੱਕ ਐਕਸਪੈਰੀਮੈਂਟ ਹੈ ਜਿਹੜਾ ਹੋਰ ਕੀਤਾ ਗਿਆ, ਉਹ ਹੈਗਾ ਕਿ ਵੱਖੋ ਵੱਖਰੇ ਜਗ੍ਹਾ ਜਿੱਥੇ ਕੰਮ ਘੱਟ ਹੈਗਾ ਉੱਥੇ ਨੂੰ ਅਰਜ਼ੀਆਂ ਉਹ ਭੇਜ ਦਿੱਤੀਆਂ ਜਾਂਦੀਆਂ ਨੇ, ਕਿਉਂਕਿ ਇਹ ਸਾਰੀਆਂ ਅਰਜ਼ੀਆਂ ਜਿਹੜੀਆਂ ਨੇ ਪਹਿਲਾਂ ਵੈਨਕੂਵਰ ਦਫ਼ਤਰ ਦੇ ਵਿੱਚੋਂ ਜਾਂਦੀਆਂ ਨੇ, ਫਿਰ ਉਸ ਤੋਂ ਬਾਅਦ ਜੇ ਜ਼ਰੂਰਤ ਹੋਵੇ ਤਾਂ ਉਹਨਾਂ ਨੂੰ ਹੈਮਿਲਟਨ, ਨਿਆਗਰਾ ਫਾਲਸ, ਮੌਂਟਰੀਆਲ, ਵਿਨੀਪੈਗ ਵੱਖੋ ਵੱਖਰੇ ਦਫ਼ਤਰ ਨੇ ਜਿੱਥੇ ਕੰਮ ਘੱਟ ਹੈ, ਤੇ ਇੱਕ ਡੈਜ਼ਿਗਨੇਟਡ ਇਮੀਗ੍ਰੇਸ਼ਨ ਆਫਿਸਰ ਹੈ। ਇਹ ਜਿਹੜਾ ਫੈਸਲਾ ਹੈ ਇੱਕ ਜੂਨੀਅਰ ਆਫਿਸਰ ਨਹੀਂ ਕਰ ਸਕਦਾ। ਇਹਦੇ ਲਈ ਇੱਕ ਡੈਜ਼ਿਗਨੇਟਡ ਇਮੀਗ੍ਰੇਸ਼ਨ ਆਫਿਸਰ ਹੀ ਇਹਨਾਂ ਕੇਸਿਸ ਤੇ ਫੈਸਲਾ ਕਰ ਸਕਦਾ, ਜਿਹੜਾ ਕਿ ਸੀਨੀਅਰ ਮੈਨੇਜਰ ਹੋਊਗਾ। ਜੇ ਉਹ ਕੋਈ ਹੋਰ ਬੰਦਾ ਫੈਸਲਾ ਕਰ ਦਿੰਦਾ ਤਾਂ ਉਹ ਮਾਨਤਾ ਪ੍ਰਾਪਤ ਨਹੀਂ ਹੈਗਾ, ਤਾਂ ਉਹ ਥੋੜਾ ਕੇਸ ਹੈ ਜਿਹੜਾ ਉਹ ਜੱਜ ਨੇ ਥੋੜੇ ਹੱਕ 'ਚ ਦੇ ਦੇਣਾ ਹੈ। ਤੇ ਇਸੇ ਲਈ ਉਹ ਦੇਖਦੇ ਜਿੱਥੇ ਜਿੱਥੇ ਸੀਨੀਅਰ ਮੈਨੇਜਰਸ ਹੈਗੇ ਆ, ਡੈਜ਼ਿਗਨੇਟਡ ਵੀਜ਼ਾ ਆਫਿਸਰ ਹੈਗੇ ਆ, ਉੱਥੇ ਉੱਥੇ ਇਹਨਾਂ ਨੂੰ ਅਰਜ਼ੀਆਂ ਨੂੰ ਭੇਜ ਦਿੱਤਾ ਜਾਵੇ। ਸੋ ਉਹ ਅਰਜ਼ੀ ਆਪਾਂ ਦਾਖਲ ਕਰਦੇ ਹਾਂ, ਵੈਨਕੂਵਰ ਦੇ ਵਿੱਚ ਆਪਾਂ ਰਹਿੰਦੇ ਹੁੰਦੇ ਹੈਗੇ ਆ, ਬਰੈਂਪਟਨ ਦੇ ਵਿੱਚੋਂ ਅਰਜ਼ੀ ਆਪਣੀ ਪ੍ਰੋਸੈਸ ਹੁੰਦੀ ਹੈ ਮੌਂਟਰੀਆਲ ਜਾਂ ਨਿਆਗਰਾ ਫਾਲਸ ਜਾਂ ਹੈਮਿਲਟਨ ਦੇ ਵਿੱਚੋਂ, ਸੋ ਕਈ ਵਾਰੀ ਟੋਬੀਕੋ ਦੇ ਵਿੱਚੋਂ ਵੀ ਹੁੰਦੀ ਹੈ ਕਿ ਸੋ ਇਹ ਜ਼ਰੂਰੀ ਨਹੀਂ ਕਿ ਆਪਣੀ ਵਾਰੀ ਕਿੱਥੇ ਆਊਗੀ, ਉਹ ਡਿਪੈਂਡ ਕਰਦਾ ਆਪਾਂ ਅਰਜ਼ੀ ਕਦੋਂ ਲਾਈ ਸੀ ਤੇ ਉਹ ਅਰਜ਼ੀਆਂ ਕਿੱਥੇ ਕਿੱਥੇ ਐਲੋਕੇਟ ਹੋ ਰਹੀਆਂ ਹੈਗੀਆਂ ਨੇ। ਤੇ ਦੂਜੀ ਜਿਹੜੀਆਂ ਪ੍ਰੋਸੈਸਿੰਗ ਟਾਈਮਸ ਨੇ ਉਹ ਹੁਣ ਵੱਧਦੇ ਜਾ ਰਹੇ ਨੇ ਜੀ, ਪਰ ਅਰਜ਼ੀਆਂ ਬਿਲਕੁਲ ਲਈਆਂ ਜਾ ਰਹੀਆਂ ਨੇ ਜੀ। ਬਿਲਕੁਲ, ਆਪਾਂ ਗੱਲ ਕਰ ਰਹੇ ਸੀ PR ਕਾਰਡ ਦੀ ਜਿਨ੍ਹਾਂ ਦਾ ਐਕਸਪਾਇਰ ਹੋ ਜੀ ਬਿਲਕੁਲ। ਸੋ ਰੈਜ਼ੀਡੈਂਸੀ ਓਬਲੀਗੇਸ਼ਨ ਹੈ ਜਿਹੜੀ ਉਹ ਤੁਸੀਂ ਪੂਰੀ ਕਰਨੀ ਹੈਗੀ ਹੈ। ਸੋ ਰੈਜ਼ੀਡੈਂਸੀ ਓਬਲੀਗੇਸ਼ਨ ਦਾ ਮਤਲਬ ਕਿ ਜਿਹੜਾ ਕੈਨੇਡਾ ਦੇ ਵਿੱਚੋਂ ਕੋਈ ਵੀ ਪਰਮਾਨੈਂਟ ਰੈਜ਼ੀਡੈਂਟ ਹੈ ਉਹਦੇ ਉੱਤੇ ਸਭ ਤੋਂ ਪਹਿਲਾਂ ਤਾਂ ਇੱਕ ਚੰਗਾ ਸ਼ਹਿਰੀ ਬਣ ਕੇ ਰਹਿਣ ਦੀ ਜ਼ਰੂਰਤ ਹੈ, ਮਤਲਬ ਤੁਸੀਂ ਕ੍ਰਾਈਮ 'ਚ ਇਨਵੋਲਵ ਨਹੀਂ ਹੋ ਸਕਦੇ ਹੈਗੇ। ਸੋ ਜੇ ਤੁਸੀਂ ਕ੍ਰਿਮੀਨੈਲਿਟੀ 'ਚ ਇਨਵੋਲਵ ਹੋ ਜਾਂਦੇ ਹੋ ਤਾਂ ਤੁਹਾਨੂੰ ਦੇਸ਼ 'ਚੋਂ ਕੱਢਿਆ ਜਾ ਸਕਦਾ ਹੈ। ਦੂਜੀ ਰੈਜ਼ੀਡੈਂਸੀ ਓਬਲੀਗੇਸ਼ਨ ਹੈਗੀ ਹੈ ਪਿਛਲੇ 50 ਸਾਲਾਂ 'ਚੋਂ 730 ਦਿਨ ਦੇ ਵਿੱਚ ਕੈਨੇਡਾ 'ਚ ਪ੍ਰੈਜ਼ੈਂਟ ਹੋਣਾ ਜ਼ਰੂਰੀ ਹੈ ਜੇ ਤੁਸੀਂ ਆਪਣਾ ਰੈਜ਼ੀਡੈਂਸੀ ਨੂੰ ਰੱਖਣਾ ਤੇ ਆਪਣਾ ਕਾਰਡ ਲੈਣਾ ਹੈਗਾ। ਹੁਣ ਇਹ ਮੈਟਰ ਦੇ ਵਿੱਚੋਂ ਜਿਹੜਾ 730 ਦਿਨ ਹੈ ਉਹ ਜਿਸ ਦਿਨ ਤੁਸੀਂ ਅਰਜ਼ੀ ਕਰਨੀ ਹੈ ਉਸ ਤੋਂ ਪਿਛਲੇ 5 ਸਾਲ ਨੇ। ਸੋ ਜੇ ਤੁਸੀਂ ਅੱਜ ਅਰਜ਼ੀ ਕਰਨ ਜਾ ਰਹੇ ਹੋ ਤਾਂ 2015 ਦੇ ਵਿਚਾਲੇ ਦਾ ਸਮਾਂ ਦੇਖਣਾ, ਜਿਹੜਾ 14 ਦਾ ਸਮਾਂ ਤੁਸੀਂ ਗੁਜ਼ਾਰਿਆ ਉਹਦਾ ਕੋਈ ਮਤਲਬ ਨਹੀਂ ਹੈ, ਕੋਈ ਮਤਲਬ ਨਹੀਂ ਹੈਗਾ। ਸੋ ਲਾਸਟ 5 ਇਅਰਸ ਦੇ ਵਿੱਚੋਂ 730 ਡੇਜ਼ ਤੁਹਾਡੇ ਹੋਣੇ ਜ਼ਰੂਰੀ ਹੈਗੇ ਨੇ। ਤੇ ਕਈ ਵਾਰੀ ਕੀ ਹੁੰਦਾ ਤਰਨ ਕਿ ਬਜ਼ੁਰਗ ਨੇ ਜਿਹੜੇ ਉਹ ਸਮਰਸ ਇੱਥੇ ਗੁਜ਼ਾਰਦੇ ਨੇ, ਵਿੰਟਰਸ ਉੱਥੇ ਗੁਜ਼ਾਰਦੇ ਨੇ, ਕਈ ਵਾਰ ਉਹਨਾਂ ਦੇ ਦਿਨ ਪੂਰੇ ਨਹੀਂ ਹੁੰਦੇ ਤੇ ਕਾਰਡ ਉਹਨਾਂ ਦਾ ਐਕਸਪਾਇਰ ਹੋਣ ਨੂੰ ਹੁੰਦਾ ਤੇ ਉਹ ਕਮਿਊਨਿਟੀ ਸੈਂਟਰ ਦੇ ਵਿੱਚੋਂ ਚਲੇ ਜਾਂਦੇ ਨੇ। ਤੇ ਕਮਿਊਨਿਟੀ ਸੈਂਟਰਸ ਨੇ ਬਹੁਤ ਲੋਕਾਂ ਦਾ ਜਿਹੜਾ ਸਟੇਟਸ ਹੈ ਉਹਨੂੰ ਖਰਾਬ ਕੀਤਾ ਹੈਗਾ। ਹਾਂਜੀ, ਕਮਿਊਨਿਟੀ ਸੈਂਟਰ ਹੈ ਜਿਹੜਾ ਉਹ ਤੁਹਾਨੂੰ ਸਲਾਹ ਮਸ਼ਵਰਾ ਦੇਣ ਦੀ ਜਗ੍ਹਾ ਨਹੀਂ ਹੈਗੀ ਹੈ, ਉਹ ਤਾਂ ਸਿਰਫ ਅੰਗਰੇਜ਼ੀ ਤੋਂ ਪੰਜਾਬੀ ਦੇ ਵਿੱਚੋਂ ਤੁਹਾਨੂੰ ਟਰਾਂਸਲੇਸ਼ਨ ਸੇਵਾਵਾਂ ਦੇਣ ਲਈ ਬਣੀ ਹੋਈ ਜਗ੍ਹਾ ਹੈ। ਤੇ ਲੋਕ ਸਮਝ ਲੈਂਦੇ ਨੇ ਕਿ ਸਾਡੀ ਅਰਜ਼ੀ ਭਰਨ ਦੇ ਵਿੱਚੋਂ ਮਦਦ ਕਰ ਰਹੇ ਨੇ, ਉਹਨੂੰ ਤਾਂ ਅਰਜ਼ੀ ਬਾਰੇ ਕੋਈ ਗਿਆਨ ਹੈ ਨਹੀਂ। ਸੋ ਉੱਥੇ ਚਲੇ ਗਏ, ਉੱਥੇ ਖਾਲੀ ਥਾਂ ਤੇ ਦੇਖਿਆ ਹਾਂਜੀ ਕਿੰਨੇ ਦਿਨ ਰਹੇ ਸੀ, ਇੰਨੇ ਦਿਨ ਰਹੇ ਸੀ, ਇੰਨੇ ਦਿਨ ਰਹੇ ਸੀ, ਤੇ ਕੁੱਲ ਦਿਨ ਕਿੰਨੇ ਬਣਦੇ ਆ, ਕੁੱਲ ਦਿਨ ਬਣਦੇ ਆ ਜੀ 600, ਤੇ ਉਹਨਾਂ ਦੀ ਅਰਜ਼ੀ ਦਾਖਲ ਕਰਤੀ। ਹੁਣ ਅਰਜ਼ੀ ਦਾਖਲ ਕਰਤੀ 600 ਦਿਨ ਨੇ ਤਾਂ ਕੇਸ ਮਨਜ਼ੂਰ ਕਿਵੇਂ ਹੋਣਾ? ਤੇ ਉਹਨਾਂ ਕੇਸਿਸ ਦੇ ਵਿੱਚੋਂ ਉਹ ਬਜ਼ੁਰਗਾਂ ਦੇ ਖਿਲਾਫ ਬਹੁਤ ਵਾਰੀ ਰਿਮੂਵਲ ਆਰਡਰ ਵੀ ਇਸ਼ੂ ਹੁੰਦੇ ਆ, ਪਰ ਉਹ ਅਪੀਲ ਕਰ ਸਕਦੇ ਹੁੰਦੇ ਨੇ ਤੇ ਫਿਰ ਅਪੀਲ 'ਚ ਜਾ ਕੇ ਕਰ ਸਕਦੇ ਆ, ਪਰ ਉਹਨਾਂ ਦਾ ਜਿਹੜਾ ਫਰੀडम ਹੁੰਦਾ ਟਰੈਵਲ ਦਾ ਉਹ ਖਤਮ ਹੋ ਜਾਂਦਾ, ਕਿਉਂਕਿ ਜਿੰਨਾ ਚਿਰ ਅਪੀਲ ਤੇ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਉਹ ਆ ਵੀ ਜਾ ਵੀ ਨਹੀਂ ਸਕਦੇ। ਸੋ ਕਈ ਵਾਰੀ ਉਹਨੂੰ 2-2 ਸਾਲ ਵੀ ਬੀਤ ਜਾਂਦੇ ਆ। ਸੋ ਜਦੋਂ ਵੀ ਕੋਈ ਤੁਸੀਂ ਇਮੀਗ੍ਰੇਸ਼ਨ ਰਿਲੇਟਡ ਸਲਾਹ ਲੈਣੀ, ਕਮਿਊਨਿਟੀ ਸੈਂਟਰ ਦੇ ਵਿੱਚੋਂ ਜਾ ਕੇ ਬਿਲਕੁਲ ਸਲਾਹ ਇਹ ਨਾ ਲਓ, ਕਿਉਂਕਿ ਉਹ ਤੁਹਾਨੂੰ ਵਾਰਨ ਵੀ ਕਰਦੇ ਨੇ ਕਿ ਤੁਸੀਂ ਜਿਹੜੀ ਹੈਗੀ ਕਾਨੂੰਨੀ ਸਲਾਹ ਤੁਸੀਂ ਸਲਾਹ ਲਓ, ਪਰ ਤੁਸੀਂ ਕਹਿੰਦੇ ਹੋ ਨਹੀਂ ਮੇਰੀ ਅਰਜ਼ੀ ਭਰ ਦੇ ਤੂੰ। ਜਦੋਂ ਤੁਸੀਂ ਉਹ ਅਰਜ਼ੀ ਭਰਨ ਵਾਲੀ ਗੱਲ ਕਰਦੇ ਹੋ
ਤਾਂ ਤੁਸੀਂ ਉਹਨੂੰ ਡੀ ਫੈਕਟੋ ਆਪਦਾ ਕੰਸੈਂਟ ਦੇ ਦਿੰਦੇ ਹੋ ਕਿ ਜੋ ਤੇਰਾ ਦਿਲ ਕਰਦਾ ਉਹ ਲਿਖ ਦੇ ਵਿੱਚੋਂ। ਦੂਜੀ ਜਿਹੜੀ ਤੁਹਾਡੀ ਰਿਕੁਆਇਰਮੈਂਟ ਹੈਗੀ ਉਹ ਹੈਗੀ ਹੈ ਕਿ ਜੇ ਤੁਸੀਂ ਕੈਨੇਡੀਅਨ ਕੰਪਨੀ ਲਈ ਕੰਮ ਕਰਦੇ ਆ ਪਰ ਕੈਨੇਡਾ ਤੋਂ ਬਾਹਰ ਤੁਸੀਂ ਕੰਮ ਕਰਦੇ ਆ ਪਰ ਤੁਹਾਡੀ ਤਨਖਾਹ ਕੈਨੇਡਾ ਦੇ ਵਿੱਚ ਮਿਲਦੀ ਹੈਗੀ ਹੈ ਤਾਂ ਵੀ ਤੁਹਾਡੇ 'ਤੇ ਨਿਵੇਦਨ ਕੈਨੇਡਾ ਹੋਣਗੇ। ਹੁਣ ਮੰਨ ਲਓ ਫੋਰ ਐਗਜ਼ਾਮਪਲ ਹਮਦਰਦ ਆਰਗੇਨਾਈਜੇਸ਼ਨ ਦਾ ਕੋਈ ਬੰਦਾ ਹੈਗਾ, ਉਹ ਪਰਮਾਨੈਂਟ ਰੈਜ਼ੀਡੈਂਟ ਹੈ ਪਰ ਉਹ ਇੰਡੀਆ ਤੋਂ ਰਿਪੋਰਟਿੰਗ ਕਰਦਾ ਹੈਗਾ ਪਰ ਉਹਦੀ ਤਨਖਾਹ ਉਹਨੂੰ ਕੈਨੇਡਾ 'ਚੋਂ ਮਿਲਦੀ ਹੈ। ਉਹ ਚਾਹੇ ਸਾਰੀ ਉਮਰ ਵੀ ਇੰਡੀਆ 'ਚ ਰਹੇ ਤਾਂ ਵੀ ਉਹ ਪਰਮਾਨੈਂਟ ਰੈਜ਼ੀਡੈਂਟ ਹੀ ਮੰਨਿਆ ਜਾਊਗਾ। ਉਹਦਾ ਫਿਰ ਕੋਈ ਕੰਸਰਨ ਨਹੀਂ ਹੋਏਗਾ ਕੈਨੇਡਾ? ਹਾਂਜੀ ਬਿਲਕੁਲ ਵੀ ਨਹੀਂ, ਕਿਉਂਕਿ ਉਹਨੇ ਰਿਕੁਆਇਰਮੈਂਟ ਪੂਰੀ ਕੀਤੀ ਹੈ। ਉਹ ਕੈਨੇਡੀਅਨ ਕੰਪਨੀ ਲਈ ਕੰਮ ਕਰਦਾ, ਕੈਨੇਡਾ ਤੋਂ ਬਾਹਰ ਕੰਮ ਕਰਦਾ ਪਰ ਉਹਦੀ ਤਨਖਾਹ ਹੈ ਜਿਹੜੀ ਉਹ ਕੈਨੇਡਾ ਦੇ ਅੰਦਰ ਮਿਲਦੀ ਹੈਗੀ ਹੈ। ਬਿਲਕੁਲ ਜੀ, ਇਹਦੇ ਬਾਰੇ ਗੱਲ ਕਰਾਂਗੇ। ਦਰਸ਼ਕ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੁਣ ਇਹ ਦੱਸਿਆ ਹੋਇਆ ਵੀ 2 ਸਾਲ ਦਾ ਪ੍ਰੋਸੈਸ ਹੈਗਾ ਜਿਨ੍ਹਾਂ ਨੇ ਫਾਈਲ ਲਾਈਆਂ PR ਦੇ ਸਿਲਸਿਲੇ 'ਚ, ਪਰ ਅਗਰ ਤੁਹਾਡੀ ਫਾਈਲ ਆਲਰੇਡੀ ਲਾਈਕ 2018 ਦੇ ਮਈ ਦੇ ਵਿੱਚ ਲੱਗ ਗਈ, ਉਹਨਾਂ ਨੇ ਯਾਨੀ ਕਿ ਨੈਕਸਟ ਪ੍ਰੋਸੈਸ ਇਹੀ ਪੁੱਛਿਆ ਵਾ ਵੀ ਬਾਇਓਮੈਟ੍ਰਿਕਸ ਤੇ ਪੁਲਿਸ ਕਲੀਅਰੈਂਸ ਚਾਹੀਦੀ ਆ, ਫਿਰ ਉਹ ਤੋਂ ਵੀ 2 ਸਾਲ ਹੁਣ ਹੋਰ ਟਾਈਮ ਵੱਧ ਗਿਆ ਜਾਂ ਉੱਥੋਂ ਹਜੇ ਟਾਈਮ ਘੱਟ ਲੱਗੇਗਾ? ਆਪਾਂ ਕਿਸ ਕੇਸ ਦੀ ਗੱਲ ਕਰ ਰਹੇ ਹਾਂ ਜੀ? ਪਰਮਾਨੈਂਟ ਰੈਜ਼ੀਡੈਂਟ PR ਹਾਂਜੀ, ਆਪਾਂ ਹਿਊਮੈਨਿਟੇਰੀਅਨ ਕੰਪੈਸ਼ਨੇਟ ਕੇਸਿਸ ਦੀ ਗੱਲ ਕਰ ਰਹੇ ਸੀਗੇ ਜੀ, ਨਾਟ ਪਰਮਾਨੈਂਟ ਰੈਜ਼ੀਡੈਂਟ ਕੇਸਿਸ ਜਿਹੜੇ ਕੈਨੇਡਾ ਤੋਂ ਬਾਹਰ ਹੈਗੇ ਨੇ ਉਹ ਹਾਲੇ ਪ੍ਰੋਸੈਸ ਨਹੀਂ ਹੋ ਰਹੇ ਜੀ। ਉਹਦਾ ਰੀਜ਼ਨ ਹੈਗਾ ਕਿ ਪਰਮਾਨੈਂਟ ਰੈਜ਼ੀਡੈਂਟ ਉਹੀ ਲੋਕ ਆ ਸਕਦੇ ਆ ਜਿਨ੍ਹਾਂ ਨੂੰ 18 ਮਾਰਚ ਤੋਂ ਪਹਿਲਾਂ ਵੀਜ਼ਾ ਮਿਲਿਆ। ਸੋ ਉਹਨਾਂ ਲੋਕਾਂ ਦੇ ਵੀਜ਼ੇ ਤੇ ਕਿਵੇਂ ਵਿਚਾਰ ਹੋ ਸਕਦੀ ਹੈ ਜਿਹਨੂੰ ਆਉਣ ਦੀ ਹਾਲੇ ਇਜਾਜ਼ਤ ਨਹੀਂ ਹੈਗੀ ਹੈ। ਸੋ ਰਾਦਰ ਕਿ ਜੋ ਪਰਮਾਨੈਂਟ ਰੈਜ਼ੀਡੈਂਟ ਕੇਸ ਹੈਗਾ, ਹਾਂਜੀ ਉਹ ਟਰੈਵਲ ਐਗਜ਼ੈਂਪਟ ਨੇ, ਉਹ ਟਰੈਵਲ ਕਰ ਸਕਦੇ ਨੇ ਕੈਨੇਡਾ ਨੂੰ, ਜੇ ਉਹਨਾਂ ਕੋਲ ਸੁਪਰ ਵੀਜ਼ਾ ਤਾਂ ਉਹ ਇੱਥੇ ਆ ਸਕਦੇ ਹੈਗੇ। ਜੋ ਪੈਂਡੈਮਿਕ ਨੇ ਇਸ ਵਕਤ ਕੇਸਿਸ ਦੇ ਵਿੱਚ ਜੋ ਟੈਂਸ਼ਨਸ ਕ੍ਰੀਏਟ ਕੀਤੀਆਂ ਨੇ ਨਾ ਕਿ ਇੰਨਾ ਟਾਈਮ ਲੱਗ ਰਿਹਾ ਵਾ, ਉਹਨੂੰ ਲੈ ਕੇ ਲੋਕੀ ਕਾਫੀ ਜ਼ਿਆਦਾ ਇਸ ਵਕਤ ਹੋਏ ਪਏ ਨੇ। ਬਿਲਕੁਲ, ਪਰ ਇਹ ਤਰਨ ਇਹਦੇ ਇੱਕ ਸਿਚੁਏਸ਼ਨ ਤੇ ਕਿਸੇ ਦਾ ਕੰਟਰੋਲ ਨਹੀਂ। ਹਾਂ, ਹੁਣ ਇਮੀਗ੍ਰੇਸ਼ਨ ਨੇ ਵੀ ਇਹ ਗੱਲ ਮੰਨ ਲਈ ਹੈ ਕਿ ਇਹ ਸਦਾ ਲਈ ਬੰਦ ਨਹੀਂ ਰੱਖਿਆ ਜਾ ਸਕਦਾ। ਸੋ ਉਹਨਾਂ ਨੇ ਵੀ ਹੁਣ ਐਕਸਪੈਰੀਮੈਂਟਸ ਨੇ ਜਿਹੜੇ ਕੰਮ ਕਰਨੇ ਸ਼ੁਰੂ ਕਰ ਲਏ ਨੇ। ਤੇ ਦੂਜਾ ਜਿਹੜਾ ਟਰੈਵਲ ਰਿਸਟ੍ਰਿਕਸ਼ਨਸ ਉਠਾਉਣ ਵਾਲਾ ਕੰਮ ਹੈ ਉਹ ਵੀ ਸਰਕਾਰ ਉਹਦੇ ਨੈਗੇਟਿਵ ਰੀਪਰਕਸ਼ਨਸ ਤੋਂ ਬਹੁਤ ਜ਼ਿਆਦਾ ਘਬਰਾਉਂਦੀ ਹੈ। ਰੱਬ ਨਾ ਕਰੇ ਉਹ ਟਰੈਵਲ ਰਿਸਟ੍ਰਿਕਸ਼ਨ ਖੋਲ ਦੇਣ ਤੇ ਅਚਾਨਕ ਇੱਥੇ ਨੰਬਰਸ ਵੱਧ ਜਾਣ ਤਾਂ ਫਿਰ ਉਹਨਾਂ ਨੂੰ ਉਹਦਾ ਬੈਕਫਾਇਰ ਹੋਣਾ ਹੋਊਗਾ। ਸੋ ਇਸੇ ਕਰਕੇ ਉਹ ਚਾਹੁੰਦੇ ਆ ਕਿ ਉਹਨੂੰ ਟਰੈਵਲ ਰਿਸਟ੍ਰਿਕਸ਼ਨਸ ਨੂੰ ਮੇਨਟੇਨ ਕਰਕੇ ਰੱਖਣ, ਕਿਉਂਕਿ ਫਿਰ ਉਹੀ ਮਾਈਨੋਰਿਟੀ ਸਰਕਾਰ ਵਾਲੀ ਗੱਲ ਹੈ। ਉਹ ਮਾਈਨੋਰਿਟੀ ਕੱਲ੍ਹ ਨੂੰ ਵੋਟਾਂ ਆ ਜਾਣ ਤੇ ਲੋਕ ਕਹਿਣ ਜੀ ਤੁਸੀਂ ਤਾਂ ਲੋਕਾਂ ਨੂੰ ਆਉਣ ਦਿੱਤਾ, ਅਸੀਂ ਤਾਂ ਤੁਹਾਨੂੰ ਵੋਟ ਨਹੀਂ ਪਾਉਂਦੇ ਹੈਗੇ ਆ। ਸੋ ਉਹ ਇੱਕ ਪ੍ਰੋਬਲਮੈਟਿਕ ਸਿਚੁਏਸ਼ਨ ਜਿਹੜੀ ਬਣੀ ਰਹੂਗੀ। ਤੇ ਤੀਜੀ ਸਰਕਮਸਟੈਂਸ ਜਿਹੜੀ ਤਰਨ ਹੈਗੀ ਉਹ ਹੈਗੀ ਹੈ ਜੇ ਤੁਸੀਂ ਸਪਾਊਸ ਹੈਗੇ ਹੋ ਉਸ ਇੰਡੀਵਿਜੂਅਲ ਦੇ ਜਿਹੜਾ ਕਿ ਕੈਨੇਡੀਅਨ ਕੰਪਨੀ ਲਈ ਕੰਮ ਕਰਦਾ ਤੇ ਤਨਖਾਹ ਉਹਨੂੰ ਕੈਨੇਡਾ 'ਚ ਮਿਲਦੀ ਹੈ ਪਰ ਉਹ ਕੈਨੇਡਾ ਤੋਂ ਬਾਹਰ ਕੰਮ ਕਰਦਾ ਤਾਂ ਵੀ ਤੁਹਾਡੇ ਦੇ ਨਿਵੇਦਨ ਕੈਨੇਡਾ ਗਿਣੇ ਜਾਣਗੇ ਜੀ। ਤੇ ਇਹਦੇ ਨਾਲ ਤੁਸੀਂ ਕੈਨੇਡੀਅਨ ਸਿਟੀਜ਼ਨ ਦੇ ਸਪਾਊਸ ਹੈਗੇ ਹੋ ਤੇ ਉਹ ਕੈਨੇਡੀਅਨ ਸਿਟੀਜ਼ਨ ਇਹ ਕੈਨੇਡਾ ਤੋਂ ਬਾਹਰ ਰਿਹਾ, ਕੰਮ ਕਰ ਰਿਹਾ ਨਹੀਂ ਕਰ ਰਿਹਾ ਉਹਦਾ ਕੋਈ ਮਤਲਬ ਨਹੀਂ, ਤੇ ਤੁਸੀਂ ਉਹਨੂੰ ਅਕੰਪਨੀ ਕਰ ਰਹੇ ਹੋ ਤਾਂ ਵੀ ਤੁਹਾਡੇ ਦੇ ਨਿਵੇਦਨ ਕੈਨੇਡਾ ਮੰਨੇ ਜਾਣਗੇ। ਤੇ ਇਹਦੇ ਨਾਲ ਫਿਰ ਲਾਸਟ ਸਿਚੁਏਸ਼ਨ ਹੈਗੀ ਹੈ ਹਿਊਮੈਨਿਟੇਰੀਅਨ ਕੰਪੈਸ਼ਨੇਟ ਕੰਸੀਡਰੇਸ਼ਨ, ਸਰਕਮਸਟੈਂਸਿਸ ਬਿਯੋਂਡ ਤੁਹਾਡੇ ਰੀਜ਼ਨੇਬਲ ਕੰਟਰੋਲ, ਤੁਹਾਡੇ ਵਸੋਂ ਬਾਹਰ ਸਥਿਤੀ ਹੈਗੀ ਹੈ ਇਸ ਕਰਕੇ ਤੁਸੀਂ ਨਹੀਂ ਆ ਸਕੇ। ਫੋਰ ਐਗਜ਼ਾਮਪਲ ਕੋਈ ਬੱਚਾ ਹੈਗਾ, ਉਹ ਛੋਟਾ ਬੱਚਾ ਸੀ, ਉਹਦੇ ਮਾਪਿਓ ਨਾਲ ਕੈਨੇਡਾ 'ਚ ਆਇਆ, ਪਰਮਾਨੈਂਟ ਰੈਜ਼ੀਡੈਂਟ ਦੇ ਤੌਰ ਤੇ ਆਇਆ, ਮਾਪਿਓ ਨੇ ਕਿਹਾ ਕੈਨੇਡਾ ਚੰਗਾ ਮੁਲਕ ਨਹੀਂ, ਅਸੀਂ ਆਪਣੇ ਮੁਲਕ ਜਾ ਕੇ ਰਹਿਣਾ ਹੈਗਾ, ਤੇ ਉਹ ਬੱਚੇ ਨੂੰ ਵੀ ਨਾਲ ਲੈ ਕੇ ਵਾਪਸ ਚਲੇ ਗਏ। ਹੁਣ ਬੱਚਾ ਆਪਣਾ ਡਿਸੀਜਨ ਆਪ ਨਹੀਂ ਮੇਕ ਕਰ ਸਕਦਾ ਸੀ, ਪਰ ਬੱਚੇ ਦੀ ਰਿਸਪੌਂਸਿਬਿਲਿਟੀ ਹੈ ਕਿ ਉਹ ਆਪਣੀ ਰੈਜ਼ੀਡੈਂਸੀ ਓਬਲੀਗੇਸ਼ਨ ਪੂਰੀ ਕਰੇ। ਹੁਣ ਜੇ ਉਹ ਆਪਣਾ ਫੈਸਲਾ ਹੀ ਨਹੀਂ ਕਰ ਸਕਦਾ, ਓਬਲੀਗੇਸ਼ਨ ਕਿਵੇਂ ਪੂਰੀ ਕਰੂ? ਸੋ ਇਹ ਕੰਪੈਸ਼ਨ ਦਾ ਕੇਸ ਹੈ। ਜਦੋਂ ਹੀ ਨਿਆਣਾ 18 ਸਾਲ ਦਾ ਹੋਇਆ ਉਸ ਤੋਂ ਬਾਅਦ ਉਹਨੇ ਆਪਣੀ ਵਾਪਸ ਆਉਣ ਦੀ ਅਰਜ਼ੀ ਕੀਤੀ ਤਾਂ ਹਾਂਜੀ ਉਹਨੂੰ ਬਿਲਕੁਲ ਮਨਜ਼ੂਰੀ ਮਿਲੂਗੀ, ਕਿਉਂਕਿ ਉਹ ਆਪਣਾ ਫੈਸਲਾ ਆਪ ਨਹੀਂ ਕਰ ਸਕਦਾ ਸੀ, ਉਸ ਤੇ ਨੇ ਫੈਸਲਾ ਕਰਿਆ ਤੇ ਨਾਲ ਹੀ ਉਹਨੇ ਆਉਣ ਦੀ ਅਰਜ਼ੀ ਦਾਖਲ ਕੀਤੀ। ਬਿਲਕੁਲ ਜੀ, ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਵਿਨੀਪਤ ਤੋਂ ਬੋਲ ਰਿਹਾ ਜੀ। ਜੀ ਸਰ, ਦੱਸੋ ਕੀ ਸਵਾਲ ਹੈ? ਮੇਰੀ ਫਾਈਲ ਲੱਗੀ ਹੋਈ ਜੀ PR ਦੀ, 22 ਮਹੀਨੇ ਹੋਏ ਲੱਗੇ ਹੋਏ ਜੀ। ਜੀ, ਤੇ ਹਾਲੇ ਤੱਕ ਕੋਈ ਰਿਜ਼ਲਟ ਨਹੀਂ ਆਇਆ। ਕਿਆ ਤੁਹਾਡੇ ਬਾਇਓਮੈਟ੍ਰਿਕ ਆਉਣਗੇ ਤੁਹਾਨੂੰ ਜੀ? ਇਹ ਪੁੱਛਣਾ ਸੀ ਜੀ। ਹਾਂਜੀ, ਕਾਹਦਾ ਕੇਸ ਹੈਗਾ ਜੀ? ਕੇਸ PR ਦਾ ਜੀ, PNP। ਤੁਸੀਂ PNP ਲੈ ਕੇ ਉਸ ਤੋਂ ਬਾਅਦ ਅਰਜ਼ੀ ਕੀਤੀ ਹੈ ਜੀ? ਹਾਂਜੀ, PR ਲਗਾਈ ਹੋਈ ਹੈ, 22 ਮਹੀਨੇ ਹੋ ਗਏ ਜੀ ਲੱਗੇ ਹੋਏ ਨੂੰ। ਹਾਂਜੀ ਬਿਲਕੁਲ ਜੀ। ਤੁਹਾਡੇ ਪਹਿਲਾਂ ਬਾਇਓਮੈਟ੍ਰਿਕਸ ਹੋਏ ਸੀ ਕਦੇ? ਤੇ ਬਾਇਓਮੈਟ੍ਰਿਕ ਵਾਲੇ ਫਿੰਗਰਪ੍ਰਿੰਟ ਦਿੱਤੇ ਹੋਏ ਜੀ। ਹਾਂਜੀ, ਸੋ ਫਾਈਲ ਲਗਾਈ ਸੀ, ਫਿੰਗਰਪ੍ਰਿੰਟ ਤੇ PCC ਦਿੱਤੇ ਹੋਏ ਸੀ, ਸਾਰਾ ਇਕੱਠੇ ਹੁੰਦਾ ਸੀ। ਮੇਰੀ ਵਾਈਫ ਦਾ, ਮੇਰੇ ਬੇਟੇ ਦਾ, ਤਿੰਨੋਂ ਇੱਥੇ
ਇੱਥੇ ਵਿਨੀਪੈਗ 'ਚ ਰਹਿੰਦੇ ਆ। ਹਾਂਜੀ ਉਹ ਇਹਨਾਂ ਦੀ ਫਾਈਲ ਇਕੱਠੀ ਲੱਗੀ ਹੋਈ ਹੈ ਜੀ। ਹਾਂਜੀ ਫਿੰਗਰਪ੍ਰਿੰਟ ਦੇਣੇ ਬਾਇਓਮੈਟ੍ਰਿਕਸ ਨਹੀਂ, ਬਾਇਓਮੈਟ੍ਰਿਕਸ ਐਕਚੁਅਲੀ ਤੁਸੀਂ ਜਾ ਕੇ ਕਰਦੇ ਹੈਗੇ, ਫਿੰਗਰਪ੍ਰਿੰਟਸ ਤਾਂ ਪੁਲਿਸ ਕਲੀਅਰੈਂਸ ਚੈੱਕ ਲਈ ਮੰਨੇ ਜਾਂਦੇ ਆ ਜੀ। ਹਾਂਜੀ ਸੋ ਜੇ 22 ਮਹੀਨੇ ਦਾ ਸਮਾਂ ਹੋ ਗਿਆ, ਇਹ ਬਹੁਤ ਜ਼ਿਆਦਾ ਲੰਬਾ ਸਮਾਂ ਹੈਗਾ ਜੀ, ਕਿਉਂਕਿ ਜਿਹੜੀ PNP ਐਪਲੀਕੇਸ਼ਨ ਦਾ ਛੇਤੀ ਫੈਸਲਾ ਹੁੰਦਾ ਉਹ ਪ੍ਰਾਇੋਰਟਾਈਜ਼ ਕੀਤੀਆਂ ਜਾਂਦੀਆਂ ਨੇ। ਤੁਸੀਂ ਸਾਡੇ ਆਫਿਸ ਨੂੰ ਕਾਲ ਕਰਿਓ ਜੀ, ਉਸ ਤੋਂ ਬਾਅਦ ਤੁਹਾਡੇ ਕੇਸ ਦੇ ਉੱਤੇ ਵਿਚਾਰ ਕਰ ਸਕਦੇ ਹਾਂ ਕਿ ਕੀ ਇਸ਼ੂਜ਼ ਹੋ ਸਕਦੀਆਂ ਤੁਹਾਡੇ ਕੇਸ ਦੇ ਉੱਤੇ। ਜੀ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਤੇ ਦੱਸ ਦਈਏ ਖਹਿਰਾ ਸਾਹਿਬ ਦਾ ਜਿਹੜਾ ਫੋਨ ਨੰਬਰ ਹੈ ਉਹਨਾਂ ਦੇ ਨਾਮ ਦੇ ਨੀਚੇ ਲਿਖਿਆ ਹੋਇਆ, ਸਾਰੇ ਆਫਿਸਸ ਦੇ ਫੋਨ ਨੰਬਰ ਉੱਥੇ ਲਿਖੇ ਹੋਏ ਨੇ। ਸਰ ਗੱਲ ਕਰ ਰਹੇ ਸੀ ਕਿ ਬੱਚੇ ਦਾ ਤੁਸੀਂ ਕਿਹਾ ਸੀਗਾ ਕਿ ਖੁਦ ਉਹ ਜਿਹੜਾ ਡਿਸੀਜਨ ਲੈਣ ਦੇ ਕਾਬਿਲ ਨਹੀਂ ਹੁੰਦਾ। ਬਿਲਕੁਲ। ਸੋ ਇਹਦੇ ਉੱਤੇ ਫੈਡਰਲ ਕੋਰਟ ਨੇ ਵੀ ਕਿੰਨੇ ਕੇਸਿਸ ਦੇ ਉੱਤੇ ਜਿਹੜੇ ਉਹਨਾਂ ਦੇ ਬੱਚਿਆਂ ਦੇ ਹੱਕ 'ਚ ਫੈਸਲਾ ਚਾਹੇ ਤੇ ਪ੍ਰੈਸੀਡੈਂਟ ਸੈਟਿੰਗ ਕੇਸ ਹੋ ਗਏ ਨੇ। ਹੁਣ ਕੋਈ ਵੀ ਬੱਚਾ ਹੈਗਾ ਜਿਹੜਾ ਪਿਛਲੇ ਸਮੇਂ 'ਚ ਕਦੇ ਆਪਣੇ ਮਾਂ ਪਿਓ ਨਾਲ ਇੱਥੇ ਆਇਆ ਸੀ, ਉਹ ਕਦੇ ਵੀ ਵਾਪਸ ਚਲਾ ਗਿਆ, ਉਹਦਾ ਕਾਰਡ ਐਕਸਪਾਇਰ ਹੋ ਗਿਆ, ਅੱਜ ਵੀ ਪਰਮਾਨੈਂਟ ਰੈਜ਼ੀਡੈਂਟ ਹੈਗਾ, ਸੋ ਉਹਨੂੰ ਕੋਈ ਸਟੂਡੈਂਟ ਵੀਜ਼ਾ ਕਰਕੇ ਆਉਣ ਦੀ ਲੋੜ ਨਹੀਂ ਹੈਗੀ ਹੈ। ਮੈਂ ਤਰਨ ਤੁਸੀਂ ਹੈਰਾਨ ਹੋਵੋਗੇ ਪਿਛਲੇ ਸਾਲਾਂ ਦੇ ਵਿੱਚ ਕਿੰਨੇ ਕੇਸਿਸ ਦੇਖੇ ਨੇ ਜਿੱਥੇ ਕਿ ਉਹ ਜਦੋਂ 18 ਦਾ ਹੋਇਆ 12 ਕਰਕੇ ਉਹ ਤੋਂ ਬਾਅਦ ਉਹਨੇ ਸਟੱਡੀ ਪਰਮਿਟ ਐਪਲੀਕੇਸ਼ਨ ਕੀਤੀ ਤੇ ਉਹਦੇ ਏਜੰਟ ਨੇ ਉਹਨੂੰ ਰਿਲੈਂਕੁਇਸ਼ ਕਰਾਤਾ ਸਟੇਟਸ, ਜਦ ਕਿ ਉਹ ਪਰਮਾਨੈਂਟ ਰੈਜ਼ੀਡੈਂਟ ਦੇ ਤੌਰ ਤੇ ਆ ਸਕਦਾ ਸੀਗਾ। ਸੋ ਇੱਕ ਕੇਸ ਦੇ ਵਿੱਚੋਂ ਜਦੋਂ ਉਹਨਾਂ ਨੂੰ ਚਿੱਠੀ ਆਈ ਰਿਲੈਂਕੁਇਸ਼ ਕਰਾਉਣ ਲਈ ਤਾਂ ਉਹ ਮੇਰੇ ਕੋਲੇ ਆਏ, ਸੋ ਉਹਦੀ ਸਟੱਡੀ ਪਰਮਿਟ ਦੀ ਐਪਲੀਕੇਸ਼ਨ ਨੂੰ ਵਿਡਰਾਅ ਕਰਾਇਆ, ਉਸ ਤੋਂ ਬਾਅਦ ਉਹਦੇ ਮੈਟਰ ਨੂੰ ਉੱਥੇ ਪਰਸੂ ਕੀਤਾ ਤੇ ਉਹ ਨਿਆਣਾ ਪਰਮਾਨੈਂਟ ਰੈਜ਼ੀਡੈਂਟ ਦੇ ਤੌਰ ਤੇ ਹੀ ਆ ਗਿਆ। ਸੋ ਇਹ ਬਹੁਤ ਸਾਰੇ ਇਹੋ ਜਿਹੇ ਕੇਸਿਸ ਨੇ ਜਿੱਥੇ ਕਿ ਮਾਂ ਪਿਓ ਇੰਡੀਆ ਦੇ ਵਿੱਚੋਂ ਵਧੀਆ ਕਾਰੋਬਾਰ ਜਾਂ ਵਧੀਆ ਨੌਕਰੀ ਕਰਦੇ ਹੁੰਦੇ ਨੇ, ਉਹ ਇੱਥੇ ਪਰਮਾਨੈਂਟ ਰੈਜ਼ੀਡੈਂਟ ਦੇ ਤੌਰ ਤੇ ਆ ਜਾਂਦੇ ਨੇ, ਫਿਰ ਉਹ ਵਾਪਸ ਚਲੇ ਜਾਂਦੇ ਨੇ ਤੇ ਉਹਨਾਂ ਦੇ ਨਾਲ ਬੱਚੇ ਵੀ ਹੁੰਦੇ ਨੇ। ਜਦੋਂ ਹੀ ਬੱਚੇ 18 ਸਾਲ ਦੇ ਹੁੰਦੇ ਨੇ ਆਪਣੀ ਅਰਜ਼ੀ ਵਾਪਸ ਆਉਣ ਲਈ ਕਰਨ ਜੀ, ਉਹਨਾਂ ਤੇ ਬਿਲਕੁਲ ਕੋਈ ਰੋਕ ਨਹੀਂ ਉਹਨਾਂ ਨੂੰ ਆਉਣ ਦਿੱਤਾ ਜਾਊਗਾ। ਦੂਜੀਆਂ ਸਰਕਮਸਟੈਂਸਸ ਹੋ ਸਕਦੀਆਂ ਨੇ ਕਿ ਤੁਸੀਂ ਤੁਹਾਡੇ ਤੇ ਕੋਈ ਕ੍ਰਿਮੀਨਲ ਮੈਟਰ ਇੰਡੀਆ ਦੇ ਵਿੱਚ ਹੋ ਗਿਆ, ਕ੍ਰਿਮੀਨਲ ਮੈਟਰ ਹੋਣ ਤੋਂ ਬਾਅਦ ਤੁਹਾਡਾ ਪਾਸਪੋਰਟ ਹੈ ਜਿਹੜਾ ਉਹ ਜ਼ਮਾਨਤ ਦੇ ਤੌਰ ਤੇ ਕੋਰਟ ਨੇ ਰਖਾ ਲਿਆ ਕਿ ਬੰਦੇ ਨੂੰ ਟਰੈਵਲ ਕਰਨ ਦੀ ਇਜਾਜ਼ਤ ਨਹੀਂ ਹੈਗੀ ਹੈ। ਹੁਣ ਉਹ ਤੁਹਾਡੇ ਵੱਸ 'ਚ ਨਹੀਂ ਨਾ ਹੈਗਾ ਕਿ ਤੁਸੀਂ ਜੇ ਪਾਸਪੋਰਟ ਅਦਾਲਤ ਕੋਲੇ ਹੈਗਾ ਤੁਸੀਂ ਆ ਜਾਓਗੇ ਜੀ, ਤੇ ਜਿੰਨਾ ਚਿਰ ਉਹ ਪਾਸਪੋਰਟ ਅਦਾਲਤ ਰਿਲੀਜ਼ ਨਹੀਂ ਕਰਦੀ ਜਾਂ ਤੁਸੀਂ ਉਹ ਮਾਮਲੇ 'ਚੋਂ ਬਰੀ ਨਹੀਂ ਹੁੰਦੀ, ਉਹਦੀ ਡਿਸਪੋਜੀਸ਼ਨ ਨਹੀਂ ਹੁੰਦੀ, ਤੁਸੀਂ ਨਹੀਂ ਆ ਸਕਦੇ। ਸੋ ਉਹ ਕੇਸ ਵੀ ਹਿਊਮੈਨਿਟੇਰੀਅਨ ਕੰਪੈਸ਼ਨ ਹੈ ਜਿੱਥੇ ਬੰਦਾ ਆਉਣਾ ਤਾਂ ਚਾਹੁੰਦਾ ਹੈ ਪਰ ਆ ਨਹੀਂ ਸਕਦਾ, ਤੇ ਉਹ ਵੀ ਗੈਰ ਕਾਨੂੰਨੀ ਨਹੀਂ, ਕਾਨੂੰਨ ਨੇ ਹੀ ਉਹਨੂੰ ਇਜਾਜ਼ਤ ਨਹੀਂ ਦਿੱਤੀ ਟਰੈਵਲ ਕਰਨ ਲਈ। ਸੋ ਇਹ ਕੇਸਿਸ ਵੀ ਮੈਂ ਪਿਛਲੇ ਸਮੇਂ ਦੇ ਵਿੱਚੋਂ ਕਾਫੀ ਹੈਂਡਲ ਕਰੇ ਹੈਗੇ ਆ ਜਿੱਥੇ ਕਿ ਇਹੋ ਜਿਹੀਆਂ ਸਰਕਮਸਟੈਂਸ ਆਈਆਂ ਨੇ। ਇੱਕ ਹਸੋਹੀਣੀ ਸਥਿਤੀ ਵੀ ਹੈਗੀ ਹੈ ਕਿ ਇੱਕ ਬੰਦੇ ਦੇ ਉੱਤੇ ਪੁਰਾਣੀ ਮਰੂਤੀ ਕਾਰ ਚੋਰੀ ਕਰਨ ਦਾ ਮੁਕੱਦਮਾ ਜਿਹੜਾ ਦਾਖਲ ਕਰ ਦਿੱਤਾ ਗਿਆ, ਉਹ ਇਸ ਕਰਕੇ ਕਿਉਂਕਿ ਉਹਦਾ ਜ਼ਮੀਨ ਦਾ ਰੌਲਾ ਸੀ, ਉਹਨੇ ਕਿਹਾ ਕਿ ਨਹੀਂ ਉਹਨਾਂ ਦੇ ਹੱਕ 'ਚ ਗੱਲ ਕਰ ਰਿਹਾ, ਸੋ ਪੁਰਾਣੀ ਮਰੂਤੀ ਕਾਰ ਦਾ ਉਹਦੇ ਤੇ ਕਰਤਾ ਜਿਹਦੀ ਕੀਮਤ 5 ਜਾਂ 6 ਹਜ਼ਾਰ ਰੁਪਈਆ ਸੀਗੀ, ਉਹ ਕਬਾੜ ਹੋਣਾ ਜੀ ਕਿਤੇ, ਤੇ ਉਹਨੂੰ ਕਿਸੇ ਨੇ ਚੋਰੀ ਕਰ ਲਿਆ ਤੇ ਚੋਰੀ ਕਰਕੇ ਉਹਦੇ ਚੋਰੀ ਦਾ ਕੇਸ ਦਾਖਲ ਹੋ ਗਿਆ, ਉਹਦਾ ਜ਼ਮਾਨਤ ਦੇ ਤੌਰ ਤੇ ਮੁਕੱਦਮਾ, ਉਹਦਾ ਪਾਸਪੋਰਟ ਰਖਾ ਲਿਆ। 10 ਸਾਲ ਲੱਗ ਗਏ ਬੰਦੇ ਨੂੰ ਉਹ ਮੁਕੱਦਮੇ 'ਚੋਂ ਬਾਹਰ ਆਉਣ ਨੂੰ, ਉਦੋਂ ਤੱਕ ਉਹਦਾ PR ਕਾਰਡ ਵੀ ਐਕਸਪਾਇਰ ਹੋ ਗਿਆ, ਉਹਦਾ ਪਾਸਪੋਰਟ ਵੀ ਐਕਸਪਾਇਰ ਹੋ ਗਿਆ। ਫਿਰ ਅਦਾਲਤ ਨੇ ਉਹਦਾ ਪਾਸਪੋਰਟ ਰਿਲੀਜ਼ ਕੀਤਾ, ਉਹਨੇ ਨਵਾਂ ਪਾਸਪੋਰਟ ਬਣਾਇਆ, ਫਿਰ ਇਹੀ ਸਾਰੇ ਸਬੂਤ ਲਾ ਕੇ ਉਹਦੀ ਅਰਜ਼ੀ ਕੀਤੀ ਤੇ ਉਹਨੂੰ ਵਾਪਸ ਆਉਣ ਦੀ ਇਜਾਜ਼ਤ ਮਿਲੀ। ਜਦ ਕਿ ਜਿਹੜਾ ਇੱਦਾਂ ਹੀ ਇੱਕ ਪ੍ਰੋਗਰਾਮ ਦੇ ਉੱਤੇ ਡਿਸਕਸ਼ਨ ਹੋ ਰਿਹਾ ਸੀ ਤਾਂ ਉਹ ਉਸ ਦੇ ਉੱਤੇ ਉਸ ਇੰਡੀਵਿਜੂਅਲ ਦੀ ਡਾਟਰ ਨੇ ਉਹ ਡਿਸਕਸ਼ਨ ਸੁਣਿਆ ਤੇ ਆਪਣੇ ਡੈਡੀ ਨੂੰ ਇਹ ਗੱਲ ਦੱਸੀ, ਤੇ ਉਹ ਕਿਸਮਤ ਦੀ ਗੱਲ ਹੁੰਦੀ ਹੈ ਕਿ ਉਹਨੇ ਗੱਲ ਸੁਣੀ ਤੇ ਉਹਨੂੰ ਵਾਪਸ ਆਉਣ ਦਾ ਮੌਕਾ ਮਿਲ ਗਿਆ। ਅਦਰਵਾਈਜ਼ ਉਹਨੇ ਵੀ ਸੋਚ ਲੈਣਾ ਸੀ ਕਿ ਮੇਰਾ PR ਕਾਰਡ ਐਕਸਪਾਇਰ ਹੋ ਗਿਆ ਤੇ ਮੈਂ ਵਾਪਸ ਨਹੀਂ ਜਾ ਸਕਦਾ ਹੈਗਾ। ਇਸ ਤੋਂ ਇਲਾਵਾ ਕਈ ਇਹੋ ਜਿਹੇ ਕੇਸਿਸ ਹੁੰਦੇ ਆ ਜੀ ਜਿੱਥੇ ਕਿ ਤੁਹਾਡਾ ਕੋਈ ਕਲੋਜ਼ ਫੈਮਿਲੀ ਮੈਂਬਰ ਹੈ ਜਿਹੜਾ ਉਹ ਮੈਡੀਕਲੀ ਇਹੋ ਜਿਹੀ ਸਿਚੁਏਸ਼ਨ 'ਚ ਲੈ ਜਾਂਦਾ ਹੈ ਜਿੱਥੇ ਕਿ ਉਹਦੀ ਸੇਵਾ ਸੰਭਾਲ ਕਰਨ ਲਈ ਤੁਹਾਨੂੰ ਵਾਪਸ ਜਾਣਾ ਪੈਂਦਾ ਹੈ, ਤੇ ਤੁਹਾਡੇ ਤੋਂ ਬਿਨਾਂ ਨਹੀਂ ਹੋ ਸਕਦਾ। ਉਹ ਤੁਹਾਡੇ ਬਜ਼ੁਰਗ ਮਾਂ ਪਿਓ ਹੋ ਸਕਦੇ ਨੇ, ਬਜ਼ੁਰਗ ਦਾਦਾ ਦਾਦੀ ਨਾਨਾ ਨਾਨੀ ਹੋ ਸਕਦੇ ਨੇ, ਜਿੱਥੇ ਕਿ ਤੁਹਾਡੀ ਸੋਸ਼ਲ ਤੇ ਰਿਲੀਜੀਅਸ ਰਿਸਪੌਂਸਿਬਿਲਿਟੀ ਹੈ ਕਿ ਤੁਸੀਂ ਜਿਹੜੇ ਓਲਡਰ ਪੈਰੈਂਟਸ ਜਾਂ ਗ੍ਰੈਂਡ ਪੈਰੈਂਟਸ ਨੇ ਉਹਨਾਂ ਦੀ ਦੇਖਭਾਲ ਕਰਨੀ ਹੈ, ਤੁਹਾਡੇ ਤੋਂ ਬਿਨਾਂ ਨਹੀਂ ਕਰ ਸਕਦਾ। ਸੋ ਤੁਸੀਂ ਉਹ ਆਪਣੀ ਸੋਸ਼ਲ ਰਿਲੀਜੀਅਸ ਜਿਹੜੀ ਰਿਸਪੌਂਸਿਬਿਲਿਟੀ ਹੈ, ਕਲਚਰਲ ਰਿਸਪੌਂਸਿਬਿਲਿਟੀ ਹੈ, ਉਹਨੂੰ ਕਿਵੇਂ ਪੂਰਾ ਕਰ ਸਕਦੇ ਹੋ ਜੇ ਤੁਸੀਂ ਉੱਥੇ ਜਾਓਗੇ ਨਹੀਂ। ਸੋ ਤੁਹਾਡੀ ਉਹ ਜ਼ਿੰਮੇਵਾਰੀ ਸੀ ਜਿਹਨੂੰ ਪੂਰਾ ਕਰਨ ਲਈ ਤੁਸੀਂ ਗਏ ਹੋ, ਤੇ ਚਾਹੇ ਤੁਸੀਂ ਕਿੰਨਾ ਚਿਰ ਵੀ ਬਾਹਰ ਰਹੇ ਹੋ, ਜੇ ਤੁਹਾਡੇ ਕੋਲ ਸਬੂਤ ਨੇ ਕਿ ਇੱਥੋਂ ਤੋਂ ਬਿਨਾਂ ਉਹਨਾਂ ਦੀ ਸੇਵਾ ਸੰਭਾਲ ਨਹੀਂ ਹੋ ਸਕਦੀ ਸੀ ਤਾਂ ਵੀ ਤੁਹਾਨੂੰ ਵਾਪਸ ਆਉਣ ਦੀ ਇਜਾਜ਼ਤ ਹੈ ਜਿਹੜੀ ਦਿੱਤੀ ਜਾਊਗੀ। ਇੱਦਾਂ ਕਰਕੇ ਬਹੁਤ ਸਾਰੇ ਸਰਕਮਸਟੈਂਸਸ ਨੇ ਜਿੱਥੇ ਕੋਈ ਕਿਸੇ ਦੀ ਮੌਤ ਹੋ ਗਈ, ਉੱਥੇ ਕੋਈ ਚਿਲਡਰਨ ਇਨਵੋਲਡ ਨੇ ਜਿਨ੍ਹਾਂ ਨੂੰ ਸੰਭਾਲ ਕਰਨ ਵਾਲਾ ਕੋਈ ਨਹੀਂ ਹੈਗਾ, ਕਿਸੇ ਦਾਦੀ ਨੂੰ ਵਾਪਸ ਜਾਣਾ ਪਿਆ ਜਾਂ ਦਾਦੇ ਨੂੰ ਵਾਪਸ ਜਾਣਾ ਪਿਆ। ਸੋ ਉਹਨਾਂ ਇਹ ਪ੍ਰੈਸੀਡੈਂਸ ਸੈਟਿੰਗ ਕੇਸ ਨੇ ਜਿੱਥੇ ਇੱਕ ਫੈਸਲਾ ਹੋਇਆ, ਉਹ ਤੋਂ ਬਾਅਦ ਅਦਾਲਤ ਨੇ ਉਹਨੂੰ ਮੰਨ ਲਿਆ ਤੇ ਬਾਕੀ ਸਾਰਿਆਂ ਤੇ ਵੀ ਉਹੀ ਲਾਗੂ ਮੰਨਿਆ ਜਾਂਦਾ ਹੈ। ਵੈਰੀ ਇੰਪੋਰਟੈਂਟ ਹੈਗਾ
ਸੈਕਸ਼ਨ 31(3)(c). ਸੈਕਸ਼ਨ 31(3)(c) ਕਹਿੰਦਾ ਹੈ ਕਿ ਜੇ ਤੁਸੀਂ ਪਿਛਲੇ 365 ਦਿਨਾਂ ਚੋਂ ਇੱਕ ਵੀ ਦਿਨ ਕੈਨੇਡਾ ਚੋਂ ਪ੍ਰੈਜ਼ੈਂਟ ਸੀਗੇ 365 ਦਿਨਾਂ ਚੋਂ, ਤਾਂ ਤੁਹਾਨੂੰ ਵਾਪਸ ਆਉਣ ਦੀ ਇਜਾਜ਼ਤ ਮਿਲਣੀ ਹੈ। ਓਕੇ, ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਹੈਲੋ ਹਾਂਜੀ ਹਾਂਜੀ ਸਰ, ਟੀਵੀ ਸਕਰੀਨ ਦੀ ਸਤਿ ਸ਼੍ਰੀ ਅਕਾਲ ਜੀ। ਟੀਵੀ ਸਕਰੀਨ ਦੀ ਆਵਾਜ਼ ਘੱਟ ਕਰਕੇ ਸਾਡੇ ਨਾਲ ਫੋਨ ਤੇ ਗੱਲ ਕਰੋ। ਹਾਂਜੀ, ਕਿੱਥੋਂ ਬੋਲ ਰਹੇ ਹੋ? ਓਕੇ ਸਰ, ਸੌਰੀ ਕਰਦੇ ਨਹੀਂ ਕੋਈ ਨਹੀਂ ਜੀ, ਖਹਿਰਾ ਕਿੱਥੋਂ ਸਾਹਿਬ ਨਾਲ ਗੱਲ ਕਰਨੀ ਹੈ ਜੀ। ਜੀ ਸਰ, ਖਹਿਰਾ ਸਾਹਿਬ ਕੋਲ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਰ, ਬੋਲੀਏ ਖਹਿਰਾ ਸਵਾਲ ਸਾਹਿਬ। ਜੀ ਸਰ, ਸਵਾਲ ਹਾਂਜੀ। ਰੱਖੋ। ਸਵਾਲ ਹੈਗਾ ਜੀ, ਉਹ ਮੁੰਡਾ ਆਪਣਾ ਹੈਗਾ ਸੀਗਾ ਇੰਡੀਆ ਸੀਗਾ ਮੋਗਿਆ, ਤੇ ਉਹ 4 ਵਾਰੀ ਫੇਲ ਕਰਤਾ ਤੇ ਉਹਦੇ ਨੰਬਰ ਹੈਗੇ 6.5। ਉਹਨੂੰ ਇਹੋ ਕਹਿੰਦੇ ਤੂੰ ਮੁੜਨਾ ਨਹੀਂ। 6.5 ਨੂੰ 4 ਵਾਰੀ ਫੇਲ ਕੀਤਾ। ਮੋਗੇ ਤੋਂ ਕੋਈ ਜਾਂਚ ਜੇ ਸੀ, ਉਹਨਾਂ ਨੇ ਭਰੇ ਪੇਪਰ। ਸਰ ਤੇ ਕਿਸ ਬੇਸ ਤੇ ਪੇਪਰ ਭਰੇ ਸੀ? ਇੱਕ ਮੁੰਡਾ ਨਾ ਜੀ, ਇੱਕ ਅੰਬਰਧਾਰੀ ਐ ਸੇ ਮੁੰਡਾ। ਨਹੀਂ ਸਰ, ਕਿਸ ਬੇਸ ਦੇ ਉੱਤੇ ਭਰੇ ਸੀ? ਵਿਜ਼ਟਰ ਤੇ ਲਗਾਏ ਸੀ ਉਹਨਾਂ ਦਾ? ਵੈਸੇ ਵਿਜ਼ਟਰ ਲਗਾਇਆ ਸੀ ਜਿਹੜੇ ਕੀ ਆਈਲੈਟ ਕਰਕੇ। ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਤਰੁਣ, ਕੱਲਾ ਆਈਲੈਟ 'ਚ ਨੰਬਰ ਹੋਣਾ ਹੀ ਇੱਕ ਕ੍ਰਾਈਟੀਰੀਆ ਨਹੀਂ, ਇੱਕ ਕ੍ਰਾਈਟੀਰੀਆ ਸਾਰਾ ਕ੍ਰਾਈਟੀਰੀਆ ਨਹੀਂ ਹੈਗਾ। ਸੋ ਜਿਹੜਾ ਕੋਈ ਸਟੂਡੈਂਟ ਤੇ ਤੌਰ ਤੇ ਆਉਣਾ ਚਾਹੁੰਦਾ ਹੈ, ਉਹਦੀ ਸਭ ਤੋਂ ਪਹਿਲਾਂ ਐਕੈਡਮਿਕ ਪਰਫਾਰਮੈਂਸ ਦੇਖੀ ਜਾਂਦੀ ਹੈ। ਐਕੈਡਮਿਕ ਪਰਫਾਰਮੈਂਸ ਦੇ ਮੁਤਾਬਕ ਇਹ ਕੈਨੇਡਾ 'ਚੋਂ 60% ਪਾਸਿੰਗ ਗ੍ਰੇਡ ਹੈ। ਜਿਸ ਉਹਦੇ 60% ਨੰਬਰ ਨਹੀਂ ਹੈਗੇ ਕੋਰ ਸਬਜੈਕਟਸ ਦੇ ਵਿੱਚੋਂ, ਇਹਦਾ ਮਤਲਬ ਤੁਸੀਂ ਕੈਨੇਡਾ ਦੇ ਮੁਤਾਬਕ ਪਾਸ ਨਹੀਂ ਗਿਣੇ ਜਾਂਦੇ। ਇੰਡੀਆ 'ਚ ਤਾਂ 33% ਵੀ ਪਾਸ ਗਿਣਿਆ ਜਾਂਦਾ ਜੀ। ਦੂਜਾ ਕ੍ਰਾਈਟੀਰੀਆ ਹੈਗਾ ਜਿਹੜਾ ਤੁਸੀਂ ਪਰਸੂ ਕਰਨਾ ਆਪਣੇ ਐਜੂਕੇਸ਼ਨ ਨੂੰ। ਹੁਣ ਤੁਸੀਂ ਇੰਜੀਨੀਅਰਿੰਗ ਪੜ੍ਹ ਰਹੇ ਸੀ ਤੇ ਅਚਾਨਕ ਤੁਸੀਂ ਹੋਟਲ ਮੈਨੇਜਮੈਂਟ ਪੜ੍ਹਨ ਜਾ ਰਹੇ ਹੋ, ਸੋ ਉਹ ਮੰਨਿਆ ਜਾਊਗਾ ਕਿ ਤੁਹਾਡੇ ਲਈ ਕਰੀਅਰ ਹੈ ਜਿਹੜਾ, ਉਹ ਤੁਸੀਂ ਆਪਣੇ ਕਰੀਅਰ ਨੂੰ ਐਜੂਕੇਸ਼ਨ ਨੂੰ ਪਰਸੂ ਨਹੀਂ ਕਰ ਸਕਦੇ। ਇਹ ਤੋਂ ਬਾਅਦ ਅੰਗਰੇਜ਼ੀ ਇੱਕ ਇੰਪੋਰਟੈਂਟ ਹੈਗਾ, ਜਿਵੇਂ ਉਹਨੇ ਦੱਸਿਆ 6.5 ਬੈਂਡ ਹੈ, ਤਾਂ 6 ਤੋਂ ਘੱਟ ਨਹੀਂ ਹੋਣੇ ਚਾਹੀਦੇ ਜੀ। ਇਹਦੇ ਨਾਲ ਜਿਵੇਂ ਹੁਣੇ ਮੈਂ ਐਗਜ਼ਾਮਪਲ ਦਿੱਤਾ ਸੀ ਇੰਜੀਨੀਅਰਿੰਗ ਕਰਕੇ ਤੇ ਹੋਟਲ ਮੈਨੇਜਮੈਂਟ ਕਰਨ ਦਾ, ਤੁਸੀਂ ਇੰਜੀਨੀਅਰਿੰਗ ਕਰੀ ਸੀ, ਉਸ ਤੋਂ ਬਾਅਦ ਤੁਸੀਂ ਹੋਟਲ ਮੈਨੇਜਮੈਂਟ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਲਿਆ, ਹਾਂਜੀ, ਫਿਰ ਤੁਸੀਂ ਹੋਟਲ ਮੈਨੇਜਮੈਂਟ ਪੜ੍ਹਨਾ ਹੋਗੇ, ਤੁਹਾਨੂੰ ਜ਼ਰੂਰ ਆਉਣ ਦਿੱਤਾ ਜਾਊਗਾ। ਸੋ ਕੱਲਾ ਆਈਲੈਟਸ ਕ੍ਰਾਈਟੀਰੀਆ ਨਾ, ਉਹ ਤੋਂ ਬਿਨਾਂ ਵੀ ਕ੍ਰਾਈਟੀਰੀਆ। ਤੇ ਦੂਜੀ ਜਿਹੜੀ ਗੱਲ ਕਾਲਰ ਨੇ ਆਖੀ ਸੀ ਕਿ ਉਹਨਾਂ ਨੂੰ ਇਹੀ ਕਹਿ ਕੇ ਰਿਫਿਊਜ਼ ਕਰ ਦਿੱਤਾ ਜਾਂਦਾ ਤੂੰ ਵਾਪਸ ਨਹੀਂ ਆਉਣਾ, ਇਹ ਕਾਰਨ ਨਹੀਂ ਹੈਗਾ, ਇਹ ਤਾਂ ਕਾਨੂੰਨ ਹੈ। ਕਾਨੂੰਨ ਕਹਿੰਦਾ ਹੈ ਕਿ ਇਸ ਬੰਦੇ ਨੂੰ ਇਸ਼ੂ ਨਾ ਕਰੋ ਜੇ ਇਹਨੇ ਵਾਪਸ ਨਹੀਂ ਆਉਣਾ। ਪਰ ਉਹਨੇ ਵਾਪਸ ਕਿਉਂ ਨਹੀਂ ਆਉਣਾ? ਸਵਾਲ ਤਾਂ ਇਹ ਹੈ। ਸੋ ਉਹ ਜਿਹੜੀ ਚਿੱਠੀ ਹੈ, ਉਹ ਜੈਨਰਿਕ ਚਿੱਠੀ ਹੈ, ਉਹ ਸਭ ਲਈ ਇੱਕੋ ਕਿਸਮ ਦੀ ਬਣੀ ਹੈ। ਉਹ ਕਾਰਨ ਨਹੀਂ ਹੈਗੇ ਆ, ਉਹ ਸਿਰਫ ਫੈਸਲਾ। ਆਪਾਂ ਨੂੰ ਫੈਸਲੇ ਦੇ ਕਾਰਨ ਜਾਣਨਾ ਜ਼ਰੂਰੀ ਹੈ। ਤੁਸੀਂ 10 ਵਾਰੀ ਲਾਓ, 10 ਵਾਰੀ ਰਿਫਿਊਜ਼ ਹੋ ਜਾਊਗਾ। ਉਹਨੂੰ ਰੇਸ ਜੁਡੀਕਾਟ ਆਖਿਆ ਜਾਂਦਾ। ਰੇਸ ਜੁਡੀਕਾਟ ਦਾ ਮਤਲਬ ਹੈ ਕਿ ਇੱਕ ਫੈਸਲੇ ਤੇ ਫਿਰ ਕਿਉਂ ਫੈਸਲਾ ਕੀਤਾ ਜਾਵੇ ਜੇ ਬੰਦਾ ਵੀ ਉਹੀ ਹੈ, ਤੱਥ ਵੀ ਉਹੀ ਹੈ, ਸਬੂਤ ਵੀ ਉਹੀ ਹੈ, ਫਿਰ ਫੈਸਲਾ ਵੀ ਉਹੀ ਰਹੇ, ਅਦਰਵਾਈਜ਼ ਉਹ ਅਬਿਊਜ਼ ਆਫ ਪ੍ਰੋਸੈਸ ਮੰਨਿਆ ਜਾਊਗਾ। ਦੇਖੋ ਕਿ ਕੋਈ ਕੇਸ ਨੂੰ 4 ਵਾਰ ਲਗਾਇਆ ਤੇ ਚਾਰੋਂ ਵਾਰੀ ਰਿਜੈਕਟ ਹੋਇਆ, ਸੇਮ ਹੀ ਕੇਸ। ਹਾਂਜੀ, ਉਹ 10 ਵਾਰੀ ਲਾਓਗੇ ਤਾਂ ਵੀ ਹੋਊਗਾ, ਬਿਕੋਜ਼ ਆਪਾਂ ਨਾ ਨਵਾਂ ਸਬੂਤ ਕੋਈ ਪੇਸ਼ ਕਰ ਰਹੇ ਹਾਂ, ਨਾ ਕੋਈ ਨਵੇਂ ਤੱਥ ਪੇਸ਼ ਕਰ ਰਹੇ ਹਾਂ। ਸੋ ਜੇ ਤੱਥ ਵੀ ਉਹੀ ਨੇ, ਸਬੂਤ ਵੀ ਉਹੀ ਹੈ, ਤੇ ਫਿਰ ਫੈਸਲਾ ਵੀ ਉਹੀ ਰਹੂਗਾ। ਏਜੰਟ ਦੀ ਲਾਪਰਵਾਹੀ ਮੰਨਾਂਗੇ ਜਾਂ ਫਿਰ ਆਪਾਂ ਜੋ ਜਿਨ੍ਹਾਂ ਨੇ ਕੇਸ ਲਗਾਇਆ ਉਹਨਾਂ ਦੀ ਲਾਪਰਵਾਹੀ ਮੰਨੀ ਜਾਊ? ਐਬਸੋਲੂਟਲੀ ਉਹ ਏਜੰਟ ਦੀ ਲਾਪਰਵਾਹੀ ਮੰਨਾਂਗੇ। ਉਹਦਾ ਕਾਰਨ ਕੀ ਹੈ? ਜੇ ਇੱਕ ਵਾਰੀ ਰਿਫਿਊਜ਼ ਹੋ ਗਿਆ, ਪਹਿਲਾਂ ਉਹ ਜਾਣੇ ਤਾਂ ਸਹੀ ਆਪਣੇ ਕਲਾਇੰਟ ਦੇ ਬਿਹਾਫ ਤੇ ਉਹਨੂੰ ਰਿਫਿਊਜ਼ ਕਿਉਂ ਕੀਤਾ ਗਿਆ। ਜੇ ਉਹਨੂੰ ਪਤਾ ਹੈ ਕਿ ਇਸ ਕਾਰਨ ਕਰਕੇ ਰਿਫਿਊਜ਼ ਕੀਤਾ, ਉਹ ਕਾਰਨ ਨੂੰ ਸਹੀ ਕਰੇ ਤੇ ਫਿਰ ਅਪਲਾਈ ਕਰੇ। ਪਰ ਉਹ ਪਤਾ ਕਰਨਾ ਹੈ ਜਿਹੜਾ, ਉਹ ਐਕਸੈਸ ਟੂ ਇਨਫੋਰਮੇਸ਼ਨ ਪ੍ਰਾਈਵੇਸੀ ਐਕਟ ਹੈ, ਉਹਦੇ ਵਿੱਚ ਦੀ ਤੁਸੀਂ ਪਟੀਸ਼ਨ ਕਰੋ, ਪੂਰੀ ਫਾਈਲ ਦੀ ਕਾਪੀ ਮਿਲੇ, ਫਿਰ ਦੇਖੋ ਕਿੱਥੇ ਕਮੀ ਰਹੀ ਹੈ, ਉਹ ਕਮੀਆਂ ਨੂੰ ਪੂਰੀ ਕਰੋ। ਫੋਰ ਐਗਜ਼ਾਮਪਲ, ਆਪਾਂ ਡਾਕਟਰ ਕੋਲੇ ਜਾਂਦੇ ਆ, ਆਪਾਂ ਕਹਿੰਦੇ ਮੇਰਾ ਸਿਰ ਦਰਦ ਕਰਦਾ, ਡਾਕਟਰ ਕਹਿੰਦਾ ਸੀਟੀ ਸਕੈਨ ਕਰਾਓ, MRI ਕਰਾਓ, ਤਾਂ ਉਹਨੂੰ ਸਮਝ ਆਉਂਦਾ ਨਾ ਵੀ ਸਿਰ ਕਿਉਂ ਦਰਦ ਕਰ ਰਿਹਾ। ਸਿਰ ਦਰਦ ਕਰਨਾ ਪ੍ਰੋਬਲਮ ਨਹੀਂ ਹੈਗੀ, ਸਿਰ ਜਿਹੜੀ ਚੀਜ਼ ਕਰਕੇ ਦਰਦ ਹੋ ਰਿਹਾ ਉਹ ਪ੍ਰੋਬਲਮ ਹੈ। ਉਹ ਮੇਰੀ ਰਿਫਿਊਜ਼ਲ ਪ੍ਰੋਬਲਮ ਨਹੀਂ, ਰਿਫਿਊਜ਼ਲ ਦੇ ਕਾਰਨ ਪ੍ਰੋਬਲਮ ਨੇ, ਉਹ ਜਾਣਨਾ ਜ਼ਰੂਰੀ ਨੇ। ਸੋ ਉਹਨੂੰ ਜੇ ਆਪਾਂ ਜਾਣਾਂਗੇ, ਉਸ ਤੋਂ ਬਾਅਦ ਉਹਨੂੰ ਸਹੀ ਕਰ ਸਕਦੇ ਹਾਂ, ਫਿਰ ਉਹਦਾ ਹੱਲ ਬਣੂ। ਦੂਜੀ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਕਿ ਅੰਮ੍ਰਿਤਧਾਰੀ ਆਈ ਹੈ, ਮੈਂ ਇਸ ਗੱਲ ਨਾਲ ਤਾਂ ਸਹਿਮਤ ਨਹੀਂ ਹੋਊਗਾ ਕਿ ਉਹਨੂੰ ਇਸ ਕਰਕੇ ਰਿਫਿਊਜ਼ ਕਰਤਾ ਕਿ ਉਹ ਅੰਮ੍ਰਿਤਧਾਰੀ ਹੈ। ਇਹ ਤਾਂ ਪੋਸੀਬਲ ਨਹੀਂ ਹੋਊਗਾ। ਜੇ ਇਸ ਕਰਕੇ ਕੀਤਾ ਤੇ ਫਿਰ ਉਹ ਜਿਹੜਾ ਜੱਜ ਹੈ, ਜੇ ਉਹਨੂੰ ਰਿਫਿਊਜ਼ਲ ਨੂੰ ਆਪਾਂ ਚੈਲੰਜ ਕਰਦੇ ਹਾਂ ਤੇ ਇਸ ਕਰਕੇ ਕੀਤਾ, ਤਾਂ ਉਹ ਬਿਲਕੁਲ ਸਟੈਂਡਿੰਗ ਨਹੀਂ ਹੈਗੀ। ਜੱਜ ਨੇ ਉਹ ਕੇਸ ਨੂੰ ਬਿਲਕੁਲ ਅਲਾਓ ਕਰ ਦੇਣਾ, ਪਰ ਇਹ ਕਾਰਨ ਨਹੀਂ ਹੋਊਗਾ ਜੀ ਸਰ ਹੁਣ ਜਿਨ੍ਹਾਂ ਦੇ ਸਾਨੂੰ ਸਮਾਂ ਵੀ ਇਜਾਜ਼ਤ ਲੈਣ ਦਾ ਹੋਇਆ, ਜਿਨ੍ਹਾਂ ਦੇ PR ਕਾਰਡ ਇਸ ਵਕਤ ਐਕਸਪਾਇਰ ਹੋਣ ਵਾਲੇ ਨੇ, ਘੱਟੋ ਘੱਟ ਕਿੰਨਾ ਸਮਾਂ ਚਾਹੀਦਾ ਕਿ ਉਹਨਾਂ ਨੂੰ ਤੁਸੀਂ ਪਹਿਲਾਂ ਅਪਲਾਈ ਕਰ ਸਕੋ? ਜੇ ਉਹ ਐਕਸਪਾਇਰ ਵੀ ਹੋ ਗਿਆ ਤਾਂ ਵੀ ਆ ਸਕਦੇ ਆ। ਗੱਲ ਕਰ ਰਹੇ ਸੀ ਸੈਕਸ਼ਨ 31 ਦੀ, ਜੇ 365 ਦਿਨਾਂ ਚੋਂ ਤੁਸੀਂ ਇੱਕ ਵੀ ਦਿਨ ਕੈਨੇਡਾ 'ਚ ਸੀ ਤਾਂ ਵੀ ਤੁਹਾਨੂੰ ਵਾਪਸ ਆਉਣ ਦੀ ਇਜਾਜ਼ਤ ਹੈ।
ਤੇ ਕਾਨੂੰਨ ਇਹ ਕਹਿੰਦਾ ਆਫਿਸ ਕੋਲ ਡਿਸਕ੍ਰੈਸ਼ਨ ਨਹੀਂ ਹੈਗੀ ਕਿ ਉਹ ਨਾ ਕਰ ਸਕਦਾ। ਜੇ ਤੁਸੀਂ 365 ਦਿਨਾਂ ਦੇ ਵਿੱਚੋਂ 101 ਦਿਨ ਵੀ ਕੈਂਡੀਡੇਟ ਸੀ, ਤੁਹਾਨੂੰ ਵਾਪਸ ਆਉਣ ਦੀ ਇਜਾਜ਼ਤ ਦੇਣੀ ਹੀ ਪੈਣੀ ਹੈਗੀ ਹੈ। ਸੋ ਡਿਸਕ੍ਰੈਸ਼ਨ ਨਹੀਂ ਹੈਗੀ ਕਿ ਜੇ ਇਹ ਬੰਦਾ ਸੀਗਾ ਮੈਂ ਇਹਨੂੰ ਵੀਜ਼ਾ ਦਵਾਂ ਜਾਂ ਨਾ, ਉਹਨੂੰ ਦੇਣਾ ਹੀ ਪੈਣਾ ਹੈਗਾ, ਪ੍ਰੋਵਾਈਡਡ ਕਿ ਤੁਸੀਂ 365 ਦਿਨਾਂ ਚੋਂ 1 ਦਿਨ ਕੈਨੇਡਾ ਦੇ ਵਿੱਚ ਸੀਗੇ। ਸੋ ਇਹ ਤੋਂ ਇਲਾਵਾ ਵੀ ਜੇ ਤੁਸੀਂ ਨਹੀਂ ਵੀ ਸੀ ਤਾਂ ਵੀ ਤੁਸੀਂ ਵਾਪਸ ਆਉਣ ਦੀ ਇਜਾਜ਼ਤ ਲੈ ਸਕਦੇ ਹੋ। ਪਰ ਇਹ ਤਾਂ ਨਹੀਂ ਹੈ ਕਿ 에ਅਰਪੋਰਟ ਤੇ ਜਿਵੇਂ ਇਮੀਗ੍ਰੇਸ਼ਨ ਆਫਿਸਰਸ ਉਹਨਾਂ ਦੇ ਨਾਲ ਗੱਲਬਾਤ ਕਰਦੇ ਨੇ ਜਾਂ ਕੋਈ ਉੱਥੇ ਜਾ ਕੇ ਉਹਨਾਂ ਨੂੰ ਕੁਐਸਚਨਿੰਗ ਵਗੈਰਾ ਹੁੰਦੀ ਹੈ ਕਿ ਤੁਹਾਡਾ ਕਾਰਡ ਤੇ ਐਕਸਪਾਇਰ ਹੋ ਰਿਹਾ, ਤੁਹਾਨੂੰ ਐਂਟਰੀ ਕਰਨ ਦਿੱਤੀ ਜਾਏਗੀ ਜਾਂ ਨਹੀਂ? ਹਾਂਜੀ, ਉਸੇ ਲਈ ਤੋਂ ਪਹਿਲਾਂ ਕਾਨੂੰਨੀ ਚਾਰਾਜੋਈ ਕਰਨ ਦੀ ਸਾਰੀ ਜ਼ਰੂਰਤ ਹੈ। ਬਿਲਕੁਲ ਜੀ। ਤੇ ਸਰ ਹੁਣ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਜਿਵੇਂ ਅੱਜ ਆਪਾਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਹੈਗੀਆਂ ਨੇ ਜੀ ਰਿਟਰਨਿੰਗ ਰੈਜ਼ੀਡੈਂਟ ਪਰਮਿਟ ਦੇ ਉੱਤੇ ਜਿਹੜੇ ਲੋਕਾਂ ਦੇ ਰਿਫਿਊਜ਼ ਹੋਏ ਆ, ਐਕਸਪਾਇਰ ਹੋਇਆ। ਸੋ ਇਹਦੇ 'ਚ ਆਮ ਤੌਰ 'ਤੇ ਇਹ ਧਾਰਨਾ ਮੰਨੀ ਜਾਂਦੀ ਹੈ ਕਿ ਕਾਰਡ ਐਕਸਪਾਇਰ ਹੋ ਗਿਆ, ਹੁਣ ਇਹਦਾ ਸਟੇਟਸ ਚਲੇ ਗਿਆ, ਜਿਹੜਾ ਕਿ ਬਿਲਕੁਲ ਗਲਤ ਹੈ ਜੀ। ਐਂਡ ਬਹੁਤ ਸਾਰੇ ਇੰਡੀਵਿਜੂਅਲਸ ਦੇ ਇਹੋ ਜਿਹੀਆਂ ਐਪਲੀਕੇਸ਼ਨਸ ਵੀ ਕਰਾਤੀ ਇੰਡੀਆ 'ਚੋਂ ਲੋਕਾਂ ਨੂੰ, ਸਟੱਡੀ ਵੀਜ਼ਾ ਖਾਸ ਕਰਕੇ, ਜਿੱਥੇ ਕਿ ਉਹ PR ਦੇ ਤੌਰ 'ਤੇ ਹੀ ਆ ਸਕਦਾ ਸੀ ਪਰ ਉਹਦਾ ਰਿਲੈਂਕੁਇਸ਼ ਕਰਾ ਕੇ ਰਾਤਾ। ਸੋ ਇਸ ਲਈ ਸਹੀ ਕਾਨੂੰਨੀ ਸਲਾਹ ਲੈ ਕੇ ਹੀ ਅੱਗੇ ਆਪਦਾ ਪ੍ਰੋਸੈਸ ਕਰਿਆ ਕਰੋ ਜੀ। ਬਿਲਕੁਲ ਜੀ, ਥੈਂਕ ਯੂ ਸੋ ਮਚ ਸਰ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੇਣ ਲਈ। ਤੇ ਦਰਸ਼ਕਾਂ ਨੂੰ ਵੀ ਇਹੀ ਅਪੀਲ ਹੈ ਕਿ ਜੇਕਰ ਤੁਸੀਂ ਮਿਸਟਰ ਖਹਿਰਾ ਦੀਆਂ ਸਰਵਿਸਿਜ਼ ਚਾਹੁੰਦੇ ਹੋ, ਉਹਨਾਂ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਆਪਣੇ ਪ੍ਰੋਸੈਸ ਨੂੰ ਲੈ ਕੇ, ਉਹਨਾਂ ਦੇ ਨਾਮ ਦੇ ਹੇਠਾਂ ਉਹਨਾਂ ਦਾ ਨੰਬਰ ਲਿਖਿਆ ਹੋਇਆ ਅਲੱਗ-ਅਲੱਗ ਆਫਿਸਿਸ ਤੇ, ਟੋਰਾਂਟੋ ਦਾ, ਸਰੀ ਦਾ ਤੇ ਐਬਟਸਫੋਰਡ ਦਾ। ਸੋ ਤੁਸੀਂ ਇਹਨਾਂ ਨੰਬਰਸ ਦੇ ਉੱਤੇ ਕਾਲ ਕਰ ਸਕਦੇ ਹੋ ਟਾਈਮ ਦੇਖ ਕੇ। ਇਸ ਦੇ ਨਾਲ ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।